ਅਲਕੋਹਲਿਕਸ ਅਨੋਨਿਮਸ ਚੈਪਟਰ 3 ਸ਼ਰਾਬੀਪਣ ਬਾਰੇ ਹੋਰ ਜਾਣਕਾਰੀ। ਸਾਡੇ ਵਿੱਚੋਂ ਬਹੁਤ ਸਾਰੇ ਇਹ ਮੰਨਣ ਨੂੰ ਤਿਆਰ ਨਹੀਂ ਹੋਏ ਕਿ ਅਸੀਂ ਸੱਚਮੁੱਚ ਸ਼ਰਾਬੀ ਸੀ। ਕੋਈ ਵੀ ਵਿਅਕਤੀ ਇਹ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਉਹ ਜਿਸਮਾਨੀ ਅਤੇ ਮਾਨਸਿਕ ਤੌਰ 'ਤੇ ਆਪਣੇ ਸਾਥੀਆਂ ਤੋਂ ਅਲੱਗ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜਦੋਂ ਅਸੀਂ ਸ਼ਰਾਬ ਪੀਂਦੇ ਸੀ ਉਦੋਂ ਅਸੀਂ ਇਹ ਸਾਬਤ ਕਰਨ ਦੀਆਂ ਅਣਗਿਣਤ ਨਾਕਾਮ ਕੋਸ਼ਿਸ਼ਾਂ ਕੀਤੀਆਂ ਕਿ ਅਸੀਂ ਵੀ ਦੂਜਿਆਂ ਵਾਂਗ ਪੀ ਸਕਦੇ ਸੀ। ਇਹ ਸੋਚ ਕਿ ਕਿਸੇ ਤਰ੍ਹਾਂ ਕਿਸੇ ਦਿਨ ਉਹ ਸ਼ਰਾਬ ਕੰਟਰੋਲ ਕਰਕੇ ਪੀਵੇਗਾ ਅਤੇ ਸ਼ਰਾਬ ਪੀਣ ਦਾ ਸਵਾਦ ਲੈ ਲਵੇਗਾ, ਹਰ ਸ਼ਰਾਬੀ ਦੀ ਵੱਡੀ ਧੁਨ ਹੁੰਦੀ ਹੈ। ਇਸ ਭੁਲੇਖੇ 'ਤੇ ਅੜੇ ਰਹਿਣਾ ਬੜੀ ਹੈਰਾਨੀ ਦੀ ਗੱਲ ਹੈ। ਕਈਆਂ ਨੂੰ ਇਹ ਭੁਲੇਖਾ ਪਾਗਲ ਬਣਾ ਦਿੰਦਾ ਹੈ ਜਾਂ ਉਹ ਮਰ ਜਾਂਦੇ ਹਨ। ਅਸੀਂ ਜਾਣਿਆ ਕਿ ਸਾਨੂੰ ਆਪਣੇ ਆਪ ਵਿੱਚ ਤਹਿ ਦਿਲੋਂ ਪੂਰੀ ਤਰ੍ਹਾਂ ਮੰਨਣਾ ਹੀ ਪਵੇਗਾ ਕਿ ਅਸੀਂ ਸ਼ਰਾਬੀ ਸੀ। ਇਹ ਠੀਕ ਹੋਣ ਵੱਲ ਪਹਿਲਾ ਕਦਮ ਹੈ। ਇਸ ਭਰਮ ਨੂੰ ਕਿ ਅਸੀਂ ਦੂਜੇ ਲੋਕਾਂ ਵਾਂਗ ਹਾਂ ਜਾਂ ਸ਼ਾਇਦ ਇਸ ਵੇਲੇ ਹਾਂ, ਬਿਲਕੁਲ ਹੀ ਸਮਾਪਤ ਕਰਨਾ ਪਵੇਗਾ। ਅਸੀਂ ਸ਼ਰਾਬੀ ਉਹ ਆਦਮੀ ਅਤੇ ਔਰਤਾਂ ਹਾਂ ਜਿਨ੍ਹਾਂ ਨੇ ਆਪਣੇ ਪੀਣ 'ਤੇ ਕਾਬੂ ਪਾਉਣ ਦੀ ਸਮਰੱਥਾ ਗਵਾ ਲਈ ਹੈ। ਸਾਨੂੰ ਪਤਾ ਹੈ ਕਿ ਅਸਲ ਸ਼ਰਾਬੀ ਕਦੇ ਵੀ ਸ਼ਰਾਬ ਪੀਣ 'ਤੇ ਕੰਟਰੋਲ ਹਾਸਲ ਨਹੀਂ ਕਰਦਾ। ਅਸੀਂ ਸਾਰਿਆਂ ਨੇ ਕਈ ਵਾਰ ਇਹ ਮਹਿਸੂਸ ਕੀਤਾ ਕਿ ਅਸੀਂ ਸ਼ਰਾਬ 'ਤੇ ਦੁਬਾਰਾ ਕਾਬੂ ਪਾ ਲਿਆ ਹੈ, ਪਰ ਅਜਿਹਾ ਆਮ ਤੌਰ 'ਤੇ ਬਹੁਤ ਥੋੜ੍ਹੀ ਦੇਰ ਲਈ ਹੀ ਹੁੰਦਾ ਹੈ ਅਤੇ ਇਸ ਤੋਂ ਬਾਅਦ ਯਕੀਨਨ ਹੀ ਕੰਟਰੋਲ ਹੋਰ ਘਟ ਜਾਂਦਾ, ਜਿਸ ਕਰਕੇ ਕੁਝ ਸਮੇਂ ਬਾਅਦ ਤਰਸਯੋਗ ਅਤੇ ਸਮਝ ਤੋਂ ਬਾਹਰ ਦੀ ਬੇਆਸਰੀ ਹੋ ਜਾਂਦੀ ਸੀ। ਸਾਨੂੰ ਇਹ ਯਕੀਨ ਹੋ ਚੁੱਕਾ ਹੈ ਕਿ ਸਾਡੇ ਵਰਗੇ ਸ਼ਰਾਬੀ ਹਮੇਸ਼ਾ ਹੀ ਲਗਾਤਾਰ ਵਧਣ ਵਾਲੀ ਬਿਮਾਰੀ ਦੀ ਜਕੜ ਵਿੱਚ ਹਨ। ਸਮੇਂ ਦੇ ਨਾਲ-ਨਾਲ ਸਾਡੀ ਹਾਲਤ ਹੋਰ ਵੀ ਮਾੜੀ ਹੁੰਦੀ ਗਈ ਅਤੇ ਕਦੇ ਵੀ ਬਿਹਤਰ ਨਹੀਂ ਹੋਈ। ਅਸੀਂ ਉਹਨਾਂ ਵਿਅਕਤੀਆਂ ਵਾਂਗ ਹਾਂ ਜਿਹੜੇ ਆਪਣੀਆਂ ਲੱਤਾਂ ਗਵਾ ਬੈਠੇ ਹਨ। ਉਹਨਾਂ ਦੇ ਨਵੀਆਂ ਲੱਤਾਂ ਕਦੇ ਨਹੀਂ ਆਉਂਦੀਆਂ, ਨਾ ਹੀ ਕਿਸੇ ਕਿਸਮ ਦਾ ਕੋਈ ਇਲਾਜ ਦਿਸਦਾ ਹੈ ਜਿਹੜਾ ਸਾਡੇ ਵਰਗੇ ਸ਼ਰਾਬੀਆਂ ਨੂੰ ਹੋਰਨਾਂ ਵਿਅਕਤੀਆਂ ਵਾਂਗ ਬਣਾ ਸਕੇ। ਅਸੀਂ ਹਰ ਸੰਭਵ ਉਪਰਾਲੇ ਦੀ ਕੋਸ਼ਿਸ਼ ਕੀਤੀ ਹੈ। ਕਈ ਵਾਰ ਥੋੜ੍ਹੀ ਦੇਰ ਲਈ ਫਰਕ ਪਿਆ, ਜਿਸ ਮਗਰੋਂ ਹਮੇਸ਼ਾ ਹੀ ਹੋਰ ਭੈੜੀ ਹਾਲਤ ਹੋਈ। ਉਹ ਡਾਕਟਰ ਜਿਹੜੇ ਸ਼ਰਾਬੀਪਣ ਤੋਂ ਜਾਣੂ ਹਨ ਇਸ ਗੱਲ 'ਤੇ ਸਹਿਮਤ ਹਨ ਕਿ ਅਜਿਹੀ ਕੋਈ ਚੀਜ਼ ਨਹੀਂ ਜਿਸ ਨਾਲ ਇੱਕ ਸ਼ਰਾਬੀ ਨੂੰ ਆਮ ਸ਼ਰਾਬ ਪੀਣ ਯੋਗ ਬਣਾਇਆ ਜਾ ਸਕੇ। ਸਾਇੰਸ ਕਿਸੇ ਦਿਨ ਸ਼ਾਇਦ ਇਹ ਕਰ ਵਿਖਾਏ, ਪਰ ਅਜੇ ਤੱਕ ਅਜਿਹਾ ਨਹੀਂ ਕਰ ਸਕੀ। ਸਾਡੇ ਸਭ ਕੁਝ ਕਹਿਣ ਦੇ ਬਾਵਜੂਦ ਵੀ ਬਹੁਤ ਸਾਰੇ ਜੋ ਅਸਲੀ ਸ਼ਰਾਬੀ ਹਨ ਇਹ ਯਕੀਨ ਨਹੀਂ ਕਰਨਗੇ ਕਿ ਉਹ ਇਸ ਕਿਸਮ ਦੇ ਸ਼ਰਾਬੀ ਹਨ। ਆਪਣੇ ਆਪ ਨੂੰ ਧੋਖਾ ਦੇਣ ਦੇ ਹਰ ਤਰੀਕੇ ਅਤੇ ਤਜਰਬਿਆਂ ਕਾਰਨ ਉਹ ਇਸ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹ ਅਜਿਹੀ ਕਿਸਮ ਤੋਂ ਅਲੱਗ ਹਨ ਅਤੇ ਇਸ ਲਈ ਉਹ ਸ਼ਰਾਬੀ ਨਹੀਂ। ਜੇਕਰ ਕੋਈ ਜੋ ਸ਼ਰਾਬ ਪੀਣ 'ਤੇ ਕਾਬੂ ਪਾਉਣ ਤੋਂ ਬੇਵੱਸ ਹੁੰਦਿਆਂ ਹੋਇਆਂ ਵੀ ਇੱਕ ਆਮ ਵਿਅਕਤੀ ਵਾਂਗ ਪੀ ਸਕਦਾ ਹੈ ਤਾਂ ਅਸੀਂ ਉਸ ਦੀ ਦਾਦ ਦਿੰਦੇ ਹਾਂ, ਪਰ ਰੱਬ ਜਾਣਦਾ ਹੈ ਕਿ ਅਸੀਂ ਬਹੁਤ ਲੰਬੇ ਸਮੇਂ ਤੱਕ ਅਤੇ ਜ਼ੋਰ ਨਾਲ ਕਾਫੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਦੂਜੇ ਲੋਕਾਂ ਵਾਂਗ ਪੀ ਸਕੀਏ। ਇਹ ਕੁਝ ਤਰੀਕੇ ਹਨ ਜੋ ਅਸੀਂ ਅਜ਼ਮਾਏ। ਸਿਰਫ ਬੀਅਰ ਪੀਣਾ, ਸ਼ਰਾਬ ਦੇ ਪੈਗਾਂ ਦੀ ਗਿਣਤੀ ਸੀਮਤ ਰੱਖਣਾ, ਇਕੱਲੇ ਨਹੀਂ ਪੀਣੀ, ਸਵੇਰੇ ਕਦੇ ਨਹੀਂ ਪੀਣੀ, ਸਿਰਫ ਘਰ ਹੀ ਪੀਣੀ ਜਾਂ ਘਰ ਕਦੇ ਨਹੀਂ ਪੀਣੀ, ਨੌਕਰੀ ਜਾਂ ਵਪਾਰ ਦੇ ਸਮੇਂ ਨਹੀਂ ਪੀਣੀ, ਕੇਵਲ ਜਸ਼ਨਾਂ ਆਦਿ 'ਤੇ ਹੀ ਪੀਣੀ, ਸ਼ਰਾਬ ਦੀ ਕਿਸਮ ਤਬਦੀਲ ਕਰਨੀ, ਕੰਮ ਵੇਲੇ ਨਸ਼ੇ ਵਿੱਚ ਹੋਣ 'ਤੇ ਅਸਤੀਫਾ ਦੇਣਾ ਮੰਨਣਾ, ਛੱਡਣ ਦੇ ਬਹਾਨੇ ਸੈਰ ਸਪਾਟੇ 'ਤੇ ਜਾਣਾ ਜਾਂ ਨਾ ਜਾਣਾ, ਸਦਾ ਲਈ ਸਹੁੰ ਚੁੱਕਣਾ, ਨਾਮ ਲੈਣ ਜਾਂ ਨਾਮ ਤੋਂ ਬਿਨਾਂ ਜ਼ਿਆਦਾ ਕਸਰਤ ਕਰਨਾ,
ਉਤਸ਼ਾਹਜਨਕ ਕਿਤਾਬਾਂ ਪੜ੍ਹਨਾ, ਇਲਾਜ ਘਰਾਂ ਵਿੱਚ ਜਾਣਾ, ਸਵੈ ਸੇਵਾ ਕੰਮਾਂ ਦੀ ਜ਼ਿੰਮੇਵਾਰੀ ਲੈਣਾ। ਇਹ ਸੂਚੀ ਅਸੀਂ ਕਿਸੇ ਹੱਦ ਤੱਕ ਵੀ ਲੰਬੀ ਕਰ ਸਕਦੇ ਹਾਂ। ਸਾਨੂੰ ਇਹ ਚੰਗਾ ਨਹੀਂ ਲੱਗਦਾ ਕਿ ਅਸੀਂ ਕਿਸੇ ਨੂੰ ਸ਼ਰਾਬੀ ਕਰਾਰ ਦਈਏ, ਪਰ ਤੁਸੀਂ ਆਪਣੀ ਬਿਮਾਰੀ ਦਾ ਆਪ ਹੀ ਛੇਤੀ ਪਤਾ ਲਗਾ ਸਕਦੇ ਹੋ। ਨੇੜੇ ਦੇ ਸ਼ਰਾਬ ਪੀਣ ਦੇ ਅਹਾਤੇ ਜਾਂ ਹੋਟਲ ਵਿੱਚ ਜਾਓ ਅਤੇ ਕੁਝ ਕੰਟਰੋਲ ਵਿੱਚ ਰਹਿ ਕੇ ਪੀਣ ਦੀ ਕੋਸ਼ਿਸ਼ ਕਰੋ। ਸ਼ਰਾਬ ਪੀਂਦਿਆਂ ਅਚਾਨਕ ਹੀ ਛੱਡਣ ਦੀ ਕੋਸ਼ਿਸ਼ ਕਰੋ। ਇਹ ਕੋਸ਼ਿਸ਼ ਇੱਕ ਤੋਂ ਜ਼ਿਆਦਾ ਵਾਰ ਕਰੋ। ਜੇਕਰ ਤੁਸੀਂ ਆਪਣੇ ਆਪ ਨਾਲ ਇਮਾਨਦਾਰ ਹੋ ਤਾਂ ਤੁਹਾਨੂੰ ਆਪਣੇ ਬਾਰੇ ਫੈਸਲਾ ਕਰਨ ਵਿੱਚ ਦੇਰ ਨਹੀਂ ਲੱਗੇਗੀ। ਜੇਕਰ ਤੁਹਾਨੂੰ ਆਪਣੀ ਹਾਲਤ ਬਾਰੇ ਪੂਰੀ ਜਾਣਕਾਰੀ ਹੋ ਜਾਵੇ ਤਾਂ ਤੁਸੀਂ ਸ਼ਾਇਦ ਕੰਬ ਜਾਓ। ਭਾਵੇਂ ਇਸ ਨੂੰ ਸਾਬਤ ਕਰਨ ਦਾ ਕੋਈ ਤਰੀਕਾ ਨਹੀਂ, ਪਰ ਅਸੀਂ ਸੋਚਦੇ ਹਾਂ ਕਿ ਜਦੋਂ ਅਸੀਂ ਪੀਣੀ ਸ਼ੁਰੂ ਕੀਤੀ ਸੀ ਤਾਂ ਸਾਡੇ ਵਿੱਚੋਂ ਬਹੁਤ ਸਾਰੇ ਛੱਡ ਸਕਦੇ ਸੀ। ਪਰ ਮੁਸ਼ਕਿਲ ਇਹ ਹੈ ਕਿ ਜਦੋਂ ਅਜੇ ਵੇਲਾ ਹੁੰਦਾ ਹੈ, ਉਦੋਂ ਕਿਸੇ ਵੀ ਸ਼ਰਾਬੀ ਨੂੰ ਸ਼ਰਾਬ ਛੱਡਣ ਦੀ ਜ਼ਿਆਦਾ ਇੱਛਾ ਹੀ ਨਹੀਂ ਹੁੰਦੀ। ਅਸੀਂ ਕੁਝ ਉਦਾਹਰਨਾਂ ਬਾਰੇ ਸੁਣਿਆ ਹੈ ਜਿੱਥੇ ਲੋਕ ਜਿਨ੍ਹਾਂ ਵਿੱਚ ਸ਼ਰਾਬੀਪਣ ਦੇ ਸਾਫ਼ ਲੱਛਣ ਸਨ, ਕਿਸੇ ਬਹੁਤ ਭਾਰੂ ਇੱਛਾ ਸਦਕੇ ਲੰਬੇ ਸਮੇਂ ਲਈ ਸ਼ਰਾਬ ਛੱਡ ਸਕੇ। ਉਹਨਾਂ ਵਿੱਚੋਂ ਇੱਕ ਇਹ ਹੈ। ਇੱਕ 30 ਸਾਲਾਂ ਦਾ ਵਿਅਕਤੀ ਸ਼ਰਾਬ ਦੇ ਦੌਰ ਵਿੱਚ ਰਹਿੰਦਾ ਸੀ। ਇਸ ਦੌਰ ਕਰਕੇ ਸਵੇਰੇ ਉੱਠਦੇ ਹੀ ਉਸ ਨੂੰ ਬਹੁਤ ਘਬਰਾਹਟ ਹੁੰਦੀ ਅਤੇ ਉਹ ਹੋਰ ਸ਼ਰਾਬ ਨਾਲ ਆਪਣੇ ਆਪ ਨੂੰ ਸ਼ਾਂਤ ਕਰਦਾ। ਉਸ ਨੂੰ ਆਪਣੇ ਕਾਰੋਬਾਰ ਵਿੱਚ ਸਫਲ ਹੋਣ ਦੀ ਤੀਬਰ ਇੱਛਾ ਸੀ, ਪਰ ਉਸਨੇ ਮਹਿਸੂਸ ਕੀਤਾ ਕਿ ਜੇ ਉਹ ਪੀਂਦਾ ਰਿਹਾ ਤਾਂ ਕਿਸੇ ਜੋਗਾ ਵੀ ਨਹੀਂ ਰਹੇਗਾ। ਇੱਕ ਵਾਰ ਪੀਣੀ ਸ਼ੁਰੂ ਕਰਨ ਤੇ ਉਸ ਦਾ ਕਿਸੇ ਕਿਸਮ ਦਾ ਵੀ ਕੰਟਰੋਲ ਨਾ ਰਹਿੰਦਾ। ਉਸਨੇ ਆਪਣਾ ਮਨ ਬਣਾਇਆ ਕਿ ਜਿੰਨਾ ਚਿਰ ਉਹ ਆਪਣੇ ਕਿੱਤੇ ਵਿੱਚ ਕਾਮਯਾਬ ਨਹੀਂ ਹੁੰਦਾ ਅਤੇ ਰਿਟਾਇਰ ਨਹੀਂ ਹੁੰਦਾ, ਉਦੋਂ ਤੱਕ ਉਹ ਸ਼ਰਾਬ ਨੂੰ ਹੱਥ ਨਹੀਂ ਲਾਵੇਗਾ। ਉਹ ਇੱਕ ਅਸਧਾਰਨ ਵਿਅਕਤੀ ਸੀ ਜਿਸ ਨੇ 25 ਸਾਲ ਸ਼ਰਾਬ ਨੂੰ ਹੱਥ ਤੱਕ ਵੀ ਨਹੀਂ ਲਾਇਆ ਅਤੇ 55 ਸਾਲ ਦੀ ਉਮਰ ਵਿੱਚ ਕਾਮਯਾਬ ਅਤੇ ਖੁਸ਼ਗਵਾਰ ਕਾਰੋਬਾਰ ਕਰਨ ਮਗਰੋਂ ਰਿਟਾਇਰ ਹੋ ਗਿਆ। ਫਿਰ ਉਹ ਉਸ ਭਰਮ ਦਾ ਸ਼ਿਕਾਰ ਹੋ ਗਿਆ ਜਿਸ ਦਾ ਅਕਸਰ ਹਰ ਸ਼ਰਾਬੀ ਹੁੰਦਾ ਹੈ ਕਿ ਉਸ ਦੇ ਲੰਬੇ ਸਮੇਂ ਦੇ ਸੂਫੀਪਨ ਅਤੇ ਸਵੈ ਅਨੁਸ਼ਾਸਨ ਨੇ ਉਸ ਨੂੰ ਇਸ ਕਾਬਲ ਬਣਾ ਦਿੱਤਾ ਹੋਵੇਗਾ ਕਿ ਉਹ ਦੂਜੇ ਆਦਮੀਆਂ ਵਾਂਗ ਪੀ ਸਕਦਾ ਹੈ। ਫਿਰ ਅਸਲੀਅਤ ਵੀ ਸਾਹਮਣੇ ਆ ਗਈ ਅਤੇ ਬੋਤਲ ਵੀ। 2 ਮਹੀਨਿਆਂ ਬਾਅਦ ਹੀ ਉਹ ਬੌਂਦਲਿਆ ਅਤੇ ਸ਼ਰਮਿੰਦਾ ਹੋਇਆ ਹਸਪਤਾਲ ਵਿੱਚ ਸੀ। ਉਸਨੇ ਕੁਝ ਸਮੇਂ ਲਈ ਆਪਣੀ ਸ਼ਰਾਬ ਪੀਣੀ ਨਿਯਮਤ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਹ ਹਸਪਤਾਲ ਦੇ ਚੱਕਰ ਲਗਾਉਂਦਾ ਰਿਹਾ। ਉਸਨੇ ਸਾਰਾ ਜ਼ੋਰ ਲਗਾ ਕੇ ਸ਼ਰਾਬ ਬਿਲਕੁਲ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਹ ਕਰ ਨਾ ਸਕਿਆ। ਇਸ ਮੁਸ਼ਕਲ ਨੂੰ ਹੱਲ ਕਰਨ ਲਈ ਉਸ ਕੋਲ ਬਹੁਤ ਸਾਰੇ ਸਾਧਨ ਸਨ ਜੋ ਪੈਸਾ ਖਰੀਦ ਸਕਦਾ ਸੀ। ਹਰ ਕੋਸ਼ਿਸ਼ ਨਾਕਾਮ ਰਹੀ। ਭਾਵੇਂ ਕਿ ਉਹ ਰਿਟਾਇਰ ਹੋਣ ਸਮੇਂ ਇੱਕ ਤਕੜਾ ਵਿਅਕਤੀ ਸੀ, ਪਰ ਛੇਤੀ ਹੀ ਉਹ ਖੇਰੂ ਹੋ ਗਿਆ ਅਤੇ 4 ਸਾਲਾਂ ਵਿੱਚ ਹੀ ਮਰ ਗਿਆ। ਇਸ ਤੋਂ ਇੱਕ ਪ੍ਰਭਾਵਸ਼ਾਲੀ ਸਬਕ ਮਿਲਦਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਇਹ ਯਕੀਨ ਕਰਦੇ ਹਨ ਕਿ ਜੇ ਅਸੀਂ ਲੰਬੇ ਸਮੇਂ ਤੱਕ ਸੂਫੀ ਰਹੇ ਤਾਂ ਅਸੀਂ ਫਿਰ ਸਧਾਰਨ ਤਰੀਕੇ ਨਾਲ ਪੀ ਸਕਦੇ ਹਾਂ। ਪਰ ਸਾਡੇ ਕੋਲ ਉਸ ਵਿਅਕਤੀ ਦੀ ਉਦਾਹਰਨ ਹੈ ਜਿਸ ਨੇ 55 ਸਾਲ ਦੀ ਉਮਰ ਵਿੱਚ ਵੀ ਆਪਣੇ ਆਪ ਨੂੰ ਉੱਥੇ ਹੀ ਪਾਇਆ ਜਿੱਥੇ ਉਹ 30 ਸਾਲ ਦੀ ਉਮਰ ਵਿੱਚ ਸੀ। ਅਸੀਂ ਸੱਚਾਈ ਨੂੰ ਬਾਰ-ਬਾਰ ਪ੍ਰਤੱਖ ਹੁੰਦੇ ਦੇਖ ਚੁੱਕੇ ਹਾਂ। ਇੱਕ ਵਾਰ ਸ਼ਰਾਬੀ ਸਦਾ ਸ਼ਰਾਬੀ। ਸੂਫੀਪਨ ਦੇ ਸਮੇਂ ਤੋਂ ਬਾਅਦ ਪੀਣੀ ਸ਼ੁਰੂ ਕਰਨ ਤੇ ਜਲਦੀ ਹੀ ਸਾਡਾ ਪਹਿਲੇ ਵਰਗਾ ਮਾੜਾ ਹਾਲ ਹੋ ਜਾਂਦਾ ਹੈ। ਜੇ ਅਸੀਂ ਸ਼ਰਾਬ ਛੱਡਣ ਦੀ ਯੋਜਨਾ ਬਣਾਉਂਦੇ ਹਾਂ ਤਾਂ ਕਿਸੇ ਕਿਸਮ ਦੀ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਕੋਈ ਅਜਿਹੀ ਗੁੱਝੀ ਧਾਰਨਾ ਹੋਣੀ ਚਾਹੀਦੀ ਹੈ ਕਿ ਅਸੀਂ ਕਿਸੇ ਦਿਨ ਸ਼ਰਾਬ ਦੇ ਭੈੜੇ ਪ੍ਰਭਾਵ ਤੋਂ ਮੁਕਤ ਹੋ ਸਕਾਂਗੇ। ਹੋ ਸਕਦਾ ਹੈ ਕਈ ਨੌਜਵਾਨ ਇਸ ਵਿਅਕਤੀ ਤੋਂ ਪ੍ਰਭਾਵਿਤ ਹੋ ਕੇ
ਸੋਚਣ ਕਿ ਉਹ ਵੀ ਆਪਣੀ ਇੱਛਾ ਸ਼ਕਤੀ ਅਨੁਸਾਰ ਇਸ ਵਿਅਕਤੀ ਵਾਂਗ ਛੱਡ ਸਕਦੇ ਹਨ। ਸਾਨੂੰ ਸ਼ੱਕ ਹੈ ਕਿ ਉਹਨਾਂ ਵਿੱਚੋਂ ਜ਼ਿਆਦਾਤਰ ਇੰਜ ਕਰ ਸਕਣ, ਕਿਉਂਕਿ ਅਸਲ ਵਿੱਚ ਕੋਈ ਵੀ ਛੱਡਣੀ ਨਹੀਂ ਚਾਹੇਗਾ, ਅਤੇ ਹੋ ਸਕਦਾ ਹੈ ਕਿ ਮੁਸ਼ਕਲ ਨਾਲ ਕੋਈ ਇੱਕ, ਜਿਸ ਵਿੱਚ ਇੱਕ ਵਿਸ਼ੇਸ਼ ਮਾਨਸਿਕ ਪਰਿਵਰਤਨ ਪਹਿਲਾਂ ਹੀ ਘਰ ਕਰ ਚੁੱਕਾ ਹੁੰਦਾ ਹੈ, ਕਾਮਯਾਬ ਹੋ ਸਕੇ। ਸਾਡੇ ਵਿੱਚੋਂ ਅਨੇਕਾਂ ਹੀ 30 ਸਾਲ ਜਾਂ ਘੱਟ ਉਮਰ ਦੇ ਵਿਅਕਤੀ ਜਿਹੜੇ ਕੁਝ ਹੀ ਸਾਲਾਂ ਤੋਂ ਪੀ ਰਹੇ ਸਨ, ਇਸ ਬਿਮਾਰੀ ਤੋਂ ਓਨੇ ਹੀ ਬੇਵੱਸ ਹੋ ਗਏ ਜਿੰਨੇ ਕਿ 20 ਸਾਲਾਂ ਤੋਂ ਪੀਣ ਵਾਲੇ। ਇਸ ਬਿਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲਈ ਇਹ ਜ਼ਰੂਰੀ ਨਹੀਂ ਕਿ ਕਿਸੇ ਨੇ ਬਹੁਤ ਸਮੇਂ ਤੱਕ ਸ਼ਰਾਬ ਪੀਤੀ ਹੋਵੇ ਜਾਂ ਸਾਡੇ ਜਿੰਨੀ ਪੀਤੀ ਹੋਵੇ। ਇਹ ਗੱਲ ਖਾਸ ਤੌਰ 'ਤੇ ਔਰਤਾਂ 'ਤੇ ਵੀ ਲਾਗੂ ਹੁੰਦੀ ਹੈ। ਸੰਭਾਵਿਤ ਸ਼ਰਾਬੀ ਔਰਤਾਂ ਅਕਸਰ ਜਲਦੀ ਸ਼ਰਾਬੀ ਬਣ ਜਾਂਦੀਆਂ ਹਨ ਅਤੇ ਕੁਝ ਹੀ ਸਾਲਾਂ ਵਿੱਚ ਨਾ ਪਰਿਵਰਤਨ ਵਾਲੀ ਸਥਿਤੀ ਵਿੱਚ ਪਹੁੰਚ ਜਾਂਦੀਆਂ ਹਨ। ਕਈ ਪੀਣ ਵਾਲੇ ਜੋ ਸ਼ਰਾਬੀ ਹੋ ਜਾਣ 'ਤੇ ਬਹੁਤ ਬੇਇੱਜ਼ਤੀ ਮਹਿਸੂਸ ਕਰਦੇ ਹਨ ਅਤੇ ਆਪਣੇ ਪੀਣ ਤੋਂ ਰੁਕ ਸਕਣ ਦੀ ਅਸਮਰਥਾ 'ਤੇ ਬਹੁਤ ਹੈਰਾਨ ਵੀ ਹੁੰਦੇ ਹਨ। ਅਸੀਂ ਜੋ ਇਸ ਬਿਮਾਰੀ ਦੇ ਲੱਛਣਾਂ ਤੋਂ ਜਾਣੂ ਹਾਂ, ਹਰ ਥਾਂ ਨੌਜਵਾਨ ਲੋਕਾਂ ਵਿੱਚ ਹਜ਼ਾਰਾਂ ਹੀ ਸੰਭਾਵਿਤ ਸ਼ਰਾਬੀਆਂ ਨੂੰ ਮਿਲਦੇ ਹਾਂ। ਤੁਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਕਰਾਓ। ਜਦੋਂ ਅਸੀਂ ਪਿੱਛੇ ਵੇਖਦੇ ਹਾਂ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਸਥਿਤੀ ਤੋਂ ਕਈ ਸਾਲ ਪਹਿਲਾਂ ਅੱਗੇ ਲੰਘ ਚੁੱਕੇ ਸੀ, ਜਦੋਂ ਅਸੀਂ ਆਪਣੀ ਇੱਛਾ ਸ਼ਕਤੀ ਨਾਲ ਛੱਡ ਸਕਦੇ ਸੀ। ਜੇ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਉਹ ਵੀ ਇਸ ਖਤਰਨਾਕ ਦਾਇਰੇ ਵਿੱਚ ਆ ਚੁੱਕਾ ਹੈ, ਤਾਂ ਉਸ ਨੂੰ 1 ਸਾਲ ਲਈ ਛੱਡੀ ਰੱਖਣ ਦੀ ਕੋਸ਼ਿਸ਼ ਕਰਨ ਦਿਓ। ਜੇ ਉਹ ਅਸਲ ਸ਼ਰਾਬੀ ਹੈ ਅਤੇ ਕਾਫੀ ਅੱਗੇ ਜਾ ਚੁੱਕਿਆ ਹੈ, ਤਾਂ ਉਸ ਦੀ ਸਫਲਤਾ ਦੀ ਬਹੁਤ ਘੱਟ ਸੰਭਾਵਨਾ ਹੈ। ਅਸੀਂ ਆਪਣੇ ਪੀਣ ਦੇ ਸ਼ੁਰੂ ਦੇ ਦਿਨਾਂ ਵਿੱਚ ਕਦੇ-ਕਦੇ 1 ਸਾਲ ਜਾਂ ਇਸ ਤੋਂ ਵੀ ਵੱਧ ਛੱਡੀ ਰੱਖਦੇ ਸੀ ਅਤੇ ਮੁੜ ਬੁਰੀ ਤਰ੍ਹਾਂ ਪੀਣ ਲੱਗ ਪੈਂਦੇ ਸੀ। ਤੁਸੀਂ ਭਾਵੇਂ ਕਾਫੀ ਸਮੇਂ ਲਈ ਛੱਡਣ ਦੇ ਕਾਬਲ ਹੋਵੋ, ਤਾਂ ਵੀ ਤੁਸੀਂ ਸੰਭਾਵਿਤ ਸ਼ਰਾਬੀ ਹੋ ਸਕਦੇ ਹੋ। ਸਾਡਾ ਵਿਚਾਰ ਹੈ ਕਿ ਸ਼ਾਇਦ ਹੀ ਕੋਈ ਜਿਸ ਨੂੰ ਇਹ ਕਿਤਾਬ ਜਚੇ, ਆਪ ਮੁਹਾਰੇ 1 ਸਾਲ ਤੱਕ ਵੀ ਸ਼ਰਾਬ ਤੋਂ ਦੂਰ ਰਹਿ ਸਕੇ। ਉਹਨਾਂ ਵਿੱਚੋਂ ਕੁਝ ਤਾਂ ਨਿਸ਼ਚਾ ਕਰਨ ਦੇ ਅਗਲੇ ਦਿਨ ਹੀ ਪੀ ਲੈਣਗੇ ਅਤੇ ਜ਼ਿਆਦਾਤਰ ਕੁਝ ਹਫ਼ਤਿਆਂ ਅੰਦਰ ਹੀ। ਉਹਨਾਂ ਲੋਕਾਂ ਵਾਸਤੇ ਜਿਹੜੇ ਥੋੜ੍ਹੀ ਨਹੀਂ ਪੀ ਸਕਦੇ, ਸਵਾਲ ਇਹ ਹੈ ਕਿ ਬਿਲਕੁਲ ਬੰਦ ਕਿਵੇਂ ਕੀਤੀ ਜਾਵੇ। ਹਾਂ, ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਪਾਠਕ ਸ਼ਰਾਬ ਛੱਡਣੀ ਚਾਹੁੰਦਾ ਹੈ। ਅਜਿਹਾ ਵਿਅਕਤੀ ਗੈਰ ਅਧਿਆਤਮਕ ਆਧਾਰ 'ਤੇ ਸ਼ਰਾਬ ਛੱਡ ਸਕਦਾ ਹੈ ਕਿ ਨਹੀਂ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਜੇ ਉਹ ਪੀਣ ਜਾਂ ਨਾ ਪੀਣ ਦਾ ਫੈਸਲਾ ਕਰਨ ਦੀ ਸ਼ਕਤੀ ਕਿਸ ਹੱਦ ਤੱਕ ਗਵਾ ਚੁੱਕਾ ਹੈ। ਸਾਡੇ ਵਿੱਚੋਂ ਕਈ ਮਹਿਸੂਸ ਕਰਦੇ ਸਨ ਕਿ ਸਾਡੇ ਵਿੱਚ ਕਈ ਵਿਸ਼ੇਸ਼ਤਾਵਾਂ ਸਨ। ਹਮੇਸ਼ਾ ਵਾਸਤੇ ਛੱਡਣ ਲਈ ਇੱਕ ਜ਼ੋਰਦਾਰ ਅੰਦਰੂਨੀ ਪ੍ਰੇਰਨਾ ਸੀ। ਇਸ ਦੇ ਬਾਵਜੂਦ ਵੀ ਸਾਡੇ ਲਈ ਇਹ ਅਸੰਭਵ ਸੀ। ਇਹ ਸ਼ਰਾਬੀਪਣ ਦਾ ਭੰਬਲ ਭੁੱਸੇ ਵਿੱਚ ਪਾਉਣ ਵਾਲਾ ਉਹ ਪਹਿਲੂ ਹੈ, ਜਿਵੇਂ ਅਸੀਂ ਜਾਣਦੇ ਹਾਂ, ਬਹੁਤ ਸਖਤ ਜ਼ਰੂਰਤ ਜਾਂ ਖਾਹਿਸ਼ ਹੋਣ ਦੇ ਬਾਵਜੂਦ ਵੀ ਸ਼ਰਾਬ ਛੱਡਣ ਦੀ ਪੂਰਨ ਅਸਮਰਥਾ। ਫਿਰ ਅਸੀਂ ਆਪਣੇ ਪਾਠਕਾਂ ਦੀ ਤਸੱਲੀ ਲਈ ਕਿਵੇਂ ਉਹਨਾਂ ਦੀ ਮਦਦ ਕਰੀਏ, ਇਹ ਜਾਣਨ ਲਈ ਕਿ ਉਹ ਵੀ ਸਾਡੇ ਵਿੱਚੋਂ ਇੱਕ ਹਨ। ਕੁਝ ਸਮੇਂ ਸ਼ਰਾਬ ਛੱਡਣ ਦਾ ਤਜਰਬਾ ਸਹਾਇਕ ਹੁੰਦਾ ਹੈ, ਪਰ ਅਸੀਂ ਸੋਚਦੇ ਹਾਂ ਕਿ ਪੀੜਤ ਸ਼ਰਾਬੀ ਦੀ ਅਸੀਂ ਇਸ ਤੋਂ ਵੀ ਵੱਧ ਸੇਵਾ ਕਰ ਸਕਦੇ ਹਾਂ ਅਤੇ ਸ਼ਾਇਦ ਡਾਕਟਰੀ ਅਦਾਰੇ ਦੀ ਵੀ। ਇਸੇ ਲਈ ਦੁਬਾਰਾ ਪੀਣੀ ਸ਼ੁਰੂ ਕਰਨ ਤੋਂ ਪਹਿਲਾਂ ਹੋਣ ਵਾਲੀਆਂ ਕੁਝ ਮਾਨਸਿਕ ਸਥਿਤੀਆਂ ਨੂੰ ਅਸੀਂ ਵਿਸਥਾਰ ਵਿੱਚ ਦੱਸਾਂਗੇ, ਕਿਉਂਕਿ ਸਾਰੀ ਸਮੱਸਿਆ ਦੀ ਜੜ ਸਪਸ਼ਟ ਤੌਰ 'ਤੇ ਇਹੋ ਹੀ ਹੈ। ਕਿਹੋ ਜਿਹੀ ਸੋਚ ਇੱਕ ਸ਼ਰਾਬੀ ਦੇ ਮਨ 'ਤੇ ਹਾਵੀ ਹੁੰਦੀ ਹੈ, ਜਿਸ ਕਰਕੇ ਉਹ ਬਾਰ-ਬਾਰ ਪਹਿਲੇ ਪੈਗ ਦੇ ਖਤਰਨਾਕ ਤਜਰਬੇ ਨੂੰ ਦੁਹਰਾਉਂਦਾ ਹੈ। ਸ਼ਰਾਬ ਦੀ ਝੜੀ ਤੋਂ ਬਾਅਦ ਜੋ ਉਸ ਨੂੰ ਤਲਾਕ ਅਤੇ ਦਿਵਾਲੀਏਪਣ ਦੀ ਹੱਦ ਤੱਕ ਲੈ ਜਾਂਦੀ ਹੈ, ਜਦ ਉਹ ਫਿਰ ਸਿੱਧਾ ਅਹਾਤੇ ਵਿੱਚ ਜਾ ਵੜਦਾ ਹੈ
ਤਾਂ ਉਸ ਦੇ ਉਹ ਦੋਸਤ ਜਿਹੜੇ ਉਸ ਨੂੰ ਸਮਝਾਉਂਦੇ ਰਹੇ ਹਨ ਹੱਕੇ ਬੱਕੇ ਰਹਿ ਜਾਂਦੇ ਹਨ। ਉਹ ਇੰਜ ਕਿਉਂ ਕਰਦਾ ਹੈ? ਤਦ ਉਹ ਕੀ ਸੋਚ ਰਿਹਾ ਹੁੰਦਾ ਹੈ? ਪਹਿਲੀ ਉਦਾਹਰਨ ਸਾਡੇ ਇੱਕ ਦੋਸਤ ਦੀ ਹੈ ਜਿਸ ਨੂੰ ਅਸੀਂ ਜਿਮ ਕਹਾਂਗੇ। ਇਸ ਵਿਅਕਤੀ ਦੀ ਖੂਬਸੂਰਤ ਪਤਨੀ ਅਤੇ ਪਰਿਵਾਰ ਹੈ। ਉਸ ਨੂੰ ਚੋਖੀ ਕਮਾਈ ਵਾਲੀ ਕਾਰਾਂ ਦੀ ਏਜੰਸੀ ਵਿਰਸੇ ਵਿੱਚ ਮਿਲੀ ਸੀ। ਉਸ ਦਾ ਮਹਾਯੁੱਧ ਵਿੱਚ ਵੀ ਸ਼ਲਾਘਾਯੋਗ ਯੋਗਦਾਨ ਰਿਹਾ ਸੀ। ਉਸ ਨੂੰ ਕਾਰਾਂ ਵੇਚਣ ਬਾਰੇ ਵੀ ਬਹੁਤ ਜਾਣਕਾਰੀ ਸੀ। ਹਰ ਕੋਈ ਉਸ ਨੂੰ ਪਸੰਦ ਕਰਦਾ ਹੈ। ਜਿੱਥੋਂ ਤੱਕ ਅਸੀਂ ਸਮਝਦੇ ਹਾਂ ਉਹ ਇੱਕ ਆਮ ਬੁੱਧੀਮਾਨ ਵਿਅਕਤੀ ਹੈ, ਪਰ ਕਦੇ-ਕਦੇ ਘਬਰਾ ਜਾਂਦਾ ਹੈ। 35 ਸਾਲ ਦੀ ਉਮਰ ਤੱਕ ਉਸਨੇ ਕਦੇ ਸ਼ਰਾਬ ਨਹੀਂ ਸੀ ਪੀਤੀ। ਕੁਝ ਹੀ ਸਾਲਾਂ ਵਿੱਚ ਨਸ਼ੇ ਵਿੱਚ ਆਉਣ ਤੋਂ ਬਾਅਦ ਉਹ ਇੰਨਾ ਲੜਾਕਾ ਹੋ ਜਾਂਦਾ ਸੀ ਕਿ ਉਸ ਨੂੰ ਬੰਦ ਕਰਨਾ ਪੈਂਦਾ। ਇੱਕ ਵਾਰ ਬਾਹਰ ਆਉਣ 'ਤੇ ਉਹ ਸਾਡੇ ਸੰਪਰਕ ਵਿੱਚ ਆਇਆ। ਅਸੀਂ ਉਸ ਨੂੰ ਸ਼ਰਾਬੀਪਣ ਬਾਰੇ ਅਤੇ ਸਾਨੂੰ ਮਿਲੇ ਇਸ ਦੇ ਹੱਲ ਬਾਰੇ ਜਿੰਨਾ ਵੀ ਅਸੀਂ ਜਾਣਦੇ ਸੀ ਦੱਸਿਆ। ਉਸ ਦਾ ਪਰਿਵਾਰ ਫਿਰ ਇਕੱਠਾ ਹੋ ਗਿਆ ਅਤੇ ਉਸਨੇ ਆਪਣਾ ਕਾਰੋਬਾਰ ਫਿਰ ਸ਼ੁਰੂ ਕਰ ਦਿੱਤਾ, ਜਿਹੜਾ ਉਸਨੇ ਸ਼ਰਾਬ ਪੀਣ ਕਰਕੇ ਗਵਾ ਲਿਆ ਸੀ। ਉਹ ਕੁਝ ਦੇਰ ਠੀਕ ਚੱਲਦਾ ਰਿਹਾ, ਪਰ ਉਹ ਆਪਣੀ ਅਧਿਆਤਮਿਕ ਜ਼ਿੰਦਗੀ ਨੂੰ ਅੱਗੇ ਨਾ ਵਧਾ ਸਕਿਆ। ਉਸ ਨੂੰ ਆਪਣੇ ਛੇਤੀ ਕਈ ਵਾਰ ਧੁੱਤ ਹੋਣ 'ਤੇ ਬੜੀ ਹੈਰਾਨੀ ਹੋਈ। ਅਜਿਹੇ ਹਰ ਮੌਕੇ 'ਤੇ ਅਸੀਂ ਉਸ ਦੀ ਮਦਦ ਕੀਤੀ, ਧਿਆਨਪੂਰਵਕ ਵੇਖਦਿਆਂ ਹੋਇਆਂ ਕਿ ਇੰਜ ਕਿਉਂ ਹੋਇਆ ਸੀ। ਉਹ ਮੰਨ ਗਿਆ ਕਿ ਉਹ ਇੱਕ ਅਸਲ ਸ਼ਰਾਬੀ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਹੈ। ਉਸ ਨੂੰ ਪਤਾ ਸੀ ਕਿ ਜੇ ਉਹ ਪੀਂਦਾ ਰਿਹਾ ਤਾਂ ਉਸ ਨੂੰ ਮੁੜ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਹ ਆਪਣਾ ਪਰਿਵਾਰ, ਜਿਸ ਨਾਲ ਉਸ ਨੂੰ ਡੂੰਘਾ ਸਨੇਹ ਸੀ, ਗਵਾ ਬੈਠੇਗਾ। ਇਸ ਦੇ ਬਾਵਜੂਦ ਵੀ ਉਹ ਦੁਬਾਰਾ ਧੁੱਤ ਹੋ ਗਿਆ। ਅਸੀਂ ਉਸ ਨੂੰ ਪੁੱਛਿਆ ਕਿ ਉਹ ਸਾਨੂੰ ਠੀਕ ਦੱਸੇ ਕਿ ਇਹ ਕਿਵੇਂ ਵਾਪਰਿਆ। ਉਸ ਨੇ ਇਹ ਕਹਾਣੀ ਦੱਸੀ। ਮੈਂ ਮੰਗਲਵਾਰ ਸਵੇਰੇ ਕੰਮ ਤੇ ਆਇਆ। ਮੈਨੂੰ ਯਾਦ ਹੈ ਕਿ ਇਸ ਗੱਲ ਤੇ ਬੜਾ ਖਿਝਿਆ ਹੋਇਆ ਸੀ ਕਿ ਮੈਨੂੰ ਉਸ ਦੁਕਾਨ ਤੇ ਸੇਲਸਮੈਨ ਦਾ ਕੰਮ ਕਰਨਾ ਪੈ ਰਿਹਾ ਹੈ ਜਿਸ ਦਾ ਮੈਂ ਕਦੇ ਮਾਲਕ ਸੀ। ਮੈਂ ਆਪਣੇ ਮਾਲਕ ਨਾਲ ਕੁਝ ਗੱਲਬਾਤ ਕੀਤੀ ਜੋ ਕਿ ਗੰਭੀਰ ਨਹੀਂ ਸੀ। ਫਿਰ ਮੈਂ ਕਾਰ ਲੈ ਕੇ ਸ਼ਹਿਰ ਤੋਂ ਬਾਹਰ ਇੱਕ ਗਾਹਕ ਨੂੰ ਮਿਲਣ ਲਈ ਚਲਾ ਗਿਆ। ਰਸਤੇ ਵਿੱਚ ਮੈਨੂੰ ਭੁੱਖ ਲੱਗੀ ਤੇ ਮੈਂ ਸੜਕ ਦੇ ਇੱਕ ਢਾਬੇ ਤੇ ਜਾ ਰੁਕਿਆ ਜਿਸ ਦੇ ਨਾਲ ਅਹਾਤਾ ਵੀ ਸੀ। ਮੇਰੀ ਪੀਣ ਦੀ ਕੋਈ ਨੀਅਤ ਨਹੀਂ ਸੀ। ਮੈਂ ਸੋਚਿਆ ਮੈਂ ਸੈਂਡਵਿਚ ਜਾਂ ਡਬਲ ਰੋਟੀ ਲੈ ਲਵਾਂਗਾ। ਮੇਰਾ ਇਹ ਵੀ ਖਿਆਲ ਸੀ ਕਿ ਮੈਨੂੰ ਇੱਥੇ ਕਾਰ ਦਾ ਕੋਈ ਗਾਹਕ ਲੱਭ ਜਾਵੇਗਾ, ਕਿਉਂਕਿ ਇਸ ਜਗ੍ਹਾ ਤੋਂ ਮੈਂ ਚੰਗੀ ਤਰ੍ਹਾਂ ਵਾਕਿਫ ਸੀ, ਜਿੱਥੇ ਮੈਂ ਕਈ ਸਾਲਾਂ ਤੋਂ ਆ ਰਿਹਾ ਸੀ। ਆਪਣੇ ਸੂਫੀਪਣ ਦੇ ਦਿਨਾਂ ਵਿੱਚ ਮੈਂ ਉੱਥੇ ਕਈ ਵਾਰ ਆਇਆ ਸੀ। ਮੈਂ ਇੱਕ ਦੁੱਧ ਦੇ ਗਲਾਸ ਅਤੇ ਡਬਲ ਰੋਟੀ ਦਾ ਆਰਡਰ ਦਿੱਤਾ। ਅਜੇ ਤੱਕ ਵੀ ਪੀਣ ਦਾ ਕੋਈ ਵਿਚਾਰ ਮੇਰੇ ਮਨ ਵਿੱਚ ਨਹੀਂ ਆਇਆ ਸੀ। ਮੈਂ ਦੁਬਾਰਾ ਇੱਕ ਗਲਾਸ ਦੁੱਧ ਅਤੇ ਕੁਝ ਹੋਰ ਖਾਣ ਲਈ ਮੰਗਾਇਆ। ਅਚਾਨਕ ਮੇਰੇ ਮਨ ਵਿੱਚ ਖਿਆਲ ਆਇਆ ਕਿ ਜੇ ਮੈਂ ਦੁੱਧ ਵਿੱਚ ਥੋੜ੍ਹੀ ਸ਼ਰਾਬ ਪਾ ਕੇ ਪੀ ਲਵਾਂ ਤਾਂ ਭਰੇ ਪੇਟ ਉਹ ਮੈਨੂੰ ਨੁਕਸਾਨ ਨਹੀਂ ਕਰੇਗੀ। ਮੈਂ ਥੋੜ੍ਹੀ ਸ਼ਰਾਬ ਮੰਗਵਾ ਕੇ ਦੁੱਧ ਵਿੱਚ ਪਾ ਲਈ। ਮੈਨੂੰ ਧੁੰਦਲਾ ਜਿਹਾ ਖਿਆਲ ਆਇਆ ਕਿ ਮੈਂ ਕੋਈ ਚੰਗਾ ਨਹੀਂ ਕਰ ਰਿਹਾ, ਪਰ ਮੈਂ ਮੁੜ ਆਪਣੇ ਆਪ ਨੂੰ ਯਕੀਨ ਦਿਵਾਇਆ ਕਿ ਭਰੇ ਪੇਟ ਇਹ ਨੁਕਸਾਨ ਨਹੀਂ ਕਰੇਗੀ। ਇਹ ਤਜਰਬਾ ਇੰਨਾ ਅੱਛਾ ਮਹਿਸੂਸ ਹੋਇਆ ਕਿ ਮੈਂ ਕੁਝ ਹੋਰ ਸ਼ਰਾਬ ਮੰਗਵਾ ਕੇ ਦੁੱਧ ਵਿੱਚ ਪਾ ਲਈ। ਉਸ ਨਾਲ ਵੀ ਮੈਨੂੰ ਕੋਈ ਤਕਲੀਫ ਹੁੰਦੀ ਨਾ ਦਿਸੀ ਤਾਂ ਮੈਂ ਇੱਕ ਹੋਰ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਜਿਮ ਦੀ ਹਸਪਤਾਲ ਲਈ ਇੱਕ ਹੋਰ ਯਾਤਰਾ ਸ਼ੁਰੂ ਹੋਈ। ਗਹਿਰੀ ਮਾਨਸਿਕ ਅਤੇ ਸਰੀਰਕ ਤਕਲੀਫ ਦੀ ਤਾਂ ਗੱਲ ਹੀ ਨਾ ਕਰੋ, ਜੋ ਕਿ ਹਮੇਸ਼ਾ ਪੀਣ ਨਾਲ ਹੁੰਦੀ ਹੀ ਸੀ। ਇਸ ਤੋਂ ਇਲਾਵਾ ਸਜ਼ਾ ਦਾ ਡਰ ਅਤੇ ਹੈਸੀਅਤ ਅਤੇ ਪਰਿਵਾਰ ਦੇ ਖੇਰੂ ਹੋਣ ਦਾ ਖਤਰਾ ਬਣ ਲੱਗਾ। ਉਸ ਨੂੰ ਆਪਣੇ ਇੱਕ ਸ਼ਰਾਬੀ ਹੋਣ ਬਾਰੇ ਕਾਫੀ ਗਿਆਨ ਸੀ। ਇਸ ਦੇ ਬਾਵਜੂਦ ਨਾ ਪੀਣ ਦੇ ਸਾਰੇ ਕਾਰਨ ਇਹ ਆਸਾਨੀ ਨਾਲ ਮੂਰਖ ਖਿਆਲ ਦੇ ਓਹਲੇ ਹੋ ਗਏ ਕਿ ਉਹ ਸ਼ਰਾਬ ਦੁੱਧ ਵਿੱਚ ਪਾ ਕੇ ਪੀ ਸਕਦਾ ਸੀ। ਭਾਵੇਂ ਕਿਸੇ ਵੀ ਸ਼ਬਦ ਦਾ ਪ੍ਰਯੋਗ ਕਿਉਂ ਨਾ ਕਰੀਏ, ਅਸੀਂ ਇਸ ਨੂੰ ਸਾਫ਼ ਮੂਰਖਤਾ ਹੀ ਕਹਾਂਗੇ। ਇਸ ਤਰ੍ਹਾਂ ਹੀ ਸਾਦਾ ਅਤੇ ਸਿੱਧਾ ਸੋਚਣ ਦੀ ਘਾਟ ਨੂੰ
ਹੋਰ ਕਿਹਾ ਵੀ ਕੀ ਜਾ ਸਕਦਾ ਹੈ। ਤੁਸੀਂ ਭਾਵੇਂ ਇਸ ਨੂੰ ਅੱਤ ਦਾ ਕੇਸ ਸਮਝੋ, ਪਰ ਸਾਡੇ ਲਈ ਇਹ ਕੋਈ ਵਧਾ ਚੜ੍ਹਾ ਕੇ ਕੀਤੀ ਗੱਲ ਨਹੀਂ, ਕਿਉਂਕਿ ਇਸ ਕਿਸਮ ਦੀ ਸੋਚ ਸਾਡੇ ਹਰ ਇੱਕ ਨਾਲ ਹੀ ਰਹੀ ਹੈ। ਕਈ ਵਾਰ ਅਸੀਂ ਇਹਨਾਂ ਨਤੀਜਿਆਂ 'ਤੇ ਜਿਮ ਨਾਲੋਂ ਜ਼ਿਆਦਾ ਧਿਆਨ ਦਿੱਤਾ ਹੈ, ਪਰ ਹਮੇਸ਼ਾ ਹੀ ਇੱਕ ਅਜੀਬ ਮਾਨਸਿਕ ਕਿਰਿਆ ਹੁੰਦੀ ਸੀ ਕਿ ਸਾਡੇ ਨਾ ਪੀਣ ਦੀ ਠੋਸ ਸੋਚ ਦੇ ਨਾਲ ਨਿਸ਼ਚਿਤ ਹੀ ਪਹਿਲਾ ਪੈਗ ਪੀਣ ਦਾ ਛੋਟਾ ਜਿਹਾ ਫਜ਼ੂਲ ਬਹਾਨਾ ਦੌੜਦਾ ਰਹਿੰਦਾ। ਸਾਡੀ ਠੋਸ ਸੋਚ ਸਾਨੂੰ ਰੋਕਣ ਵਿੱਚ ਅਸਫਲ ਰਹੀ। ਮੂਰਖ ਖਿਆਲ ਜਿੱਤਦਾ ਰਿਹਾ। ਅਗਲੇ ਦਿਨ ਅਸੀਂ ਆਪਣੇ ਆਪ ਨੂੰ ਬੜੀ ਉਤਸੁਕਤਾ ਅਤੇ ਇਮਾਨਦਾਰੀ ਨਾਲ ਪੁੱਛਦੇ ਕਿ ਇਹ ਸਭ ਕਿਵੇਂ ਹੋਇਆ। ਕੁਝ ਹਾਲਾਤਾਂ ਵਿੱਚ ਅਸੀਂ ਘਬਰਾਹਟ, ਗੁੱਸੇ, ਚਿੰਤਾ, ਉਦਾਸੀ, ਈਰਖਾ ਜਾਂ ਅਜਿਹੀਆਂ ਹੀ ਗੱਲਾਂ ਦੀ ਪੁਸ਼ਟੀ ਕਰਦਿਆਂ ਹੋਇਆਂ ਜਾਣ-ਬੁੱਝ ਕੇ ਪੀਣ ਲੱਗ ਪੈਂਦੇ। ਪਰ ਇਸ ਤਰ੍ਹਾਂ ਪੀਣ ਦੀ ਸ਼ੁਰੂਆਤ ਕਰਨ ਵੇਲੇ ਵੀ ਅਸੀਂ ਸਪਸ਼ਟ ਤੌਰ 'ਤੇ ਇਹ ਮੰਨਦੇ ਹਾਂ ਕਿ ਜੋ ਕੁਝ ਵੀ ਹਮੇਸ਼ਾ ਵਾਪਰਦਾ ਸੀ, ਉਸ ਦੇ ਸਾਹਮਣੇ ਜ਼ਿਆਦਾ ਪੀਣ ਦੀ ਪੁਸ਼ਟੀ ਦਾ ਬਹਾਨਾ ਮੂਰਖਤਾ ਭਰਿਆ ਅਤੇ ਕਮਜ਼ੋਰ ਸੀ। ਹੁਣ ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਅਸੀਂ ਕਦੇ-ਕਦਾਈ ਪੀਣ ਦੀ ਬਜਾਏ ਜਾਣ-ਬੁੱਝ ਕੇ ਪੀਣੀ ਸ਼ੁਰੂ ਕਰਦੇ ਸੀ, ਤਾਂ ਉਸ ਤੋਂ ਪਹਿਲਾਂ ਆਇਆ ਵਿਚਾਰ ਹੋਣ ਵਾਲੇ ਭਿਆਨਕ ਨਤੀਜਿਆਂ ਬਾਰੇ ਇੰਨਾ ਗੰਭੀਰ ਜਾਂ ਪ੍ਰਭਾਵਸ਼ਾਲੀ ਨਹੀਂ ਹੁੰਦਾ ਸੀ। ਪਹਿਲੇ ਪੈਗ ਪ੍ਰਤੀ ਸਾਡਾ ਵਰਤਾਓ ਇੰਨਾ ਭੈੜਾ ਅਤੇ ਸਮਝ ਤੋਂ ਬਾਹਰ ਹੁੰਦਾ ਹੈ, ਜਿੰਨਾ ਕਿ ਕਿਸੇ ਉਸ ਵਿਅਕਤੀ ਦੀ ਉਤੇਜਨਾ ਜੋ ਰੱਸੇ 'ਤੇ ਚੱਲਦਾ ਹੈ ਜਾਂ ਪੁੱਠੀਆਂ ਬਾਜ਼ੀਆਂ ਲਗਾਉਂਦਾ ਹੈ। ਉਹ ਤੇਜ਼ ਗੱਡੀਆਂ ਅੱਗੇ ਬਾਜ਼ੀਆਂ ਪਾ ਕੇ ਟੱਪਣ ਦਾ ਖੂਬ ਨਜ਼ਾਰਾ ਲੈਂਦਾ ਹੈ। ਦੋਸਤਾਂ ਦੇ ਰੋਕਣ 'ਤੇ ਵੀ ਉਹ ਕੁਝ ਸਾਲ ਇਸ ਦਾ ਆਨੰਦ ਮਾਣਦਾ ਹੈ। ਤੁਸੀਂ ਉਸ ਨੂੰ ਇੱਥੋਂ ਤੱਕ ਇੱਕ ਮੂਰਖ ਵਿਅਕਤੀ ਦਾ ਦਰਜਾ ਦਿਓਗੇ ਜੋ ਕਿ ਨਜ਼ਾਰਾ ਲੈਣ ਲਈ ਬੜੇ ਅਜੀਬ ਖਿਆਲ ਰੱਖਦਾ ਹੈ। ਫਿਰ ਕਿਸਮਤ ਉਸ ਦਾ ਸਾਥ ਛੱਡ ਜਾਂਦੀ ਹੈ ਅਤੇ ਉਹ ਲਗਾਤਾਰ ਕਈ ਵਾਰ ਹਲਕਾ ਜਿਹਾ ਜ਼ਖਮੀ ਹੁੰਦਾ ਰਹਿੰਦਾ ਹੈ। ਜੇ ਉਹ ਆਮ ਠੀਕ-ਠਾਕ ਵਿਅਕਤੀ ਹੁੰਦਾ ਤਾਂ ਤੁਸੀਂ ਉਸ ਤੋਂ ਰੁਕਣ ਦੀ ਆਸ ਰੱਖ ਸਕਦੇ ਸੀ। ਇਸ ਵਾਰ ਉਸ ਦੇ ਫਿਰ ਸੱਟ ਵੱਜੀ ਅਤੇ ਉਸ ਦੀ ਖੋਪੜੀ ਟੁੱਟ ਗਈ। ਹਸਪਤਾਲ 'ਚੋਂ ਨਿਕਲਣ 'ਤੇ ਇੱਕ ਹਫ਼ਤਾ ਬਾਅਦ ਇੱਕ ਤੇਜ਼ ਰਫ਼ਤਾਰ ਗੱਡੀ ਤੋਂ ਉਹ ਬਾਂਹ ਤੜਵਾ ਬੈਠਦਾ ਹੈ। ਉਹ ਦੱਸਦਾ ਹੈ ਕਿ ਉਸਨੇ ਪੁੱਠੀਆਂ ਬਾਜ਼ੀਆਂ ਪਾਉਣੀਆਂ ਛੱਡ ਦਿੱਤੀਆਂ ਹਨ, ਪਰ ਕੁਝ ਹਫ਼ਤਿਆਂ ਵਿੱਚ ਹੀ ਉਹ ਆਪਣੀਆਂ ਦੋਵੇਂ ਲੱਤਾਂ ਤੜਵਾ ਬੈਠਦਾ ਹੈ। ਕਈ ਸਾਲ ਉਸ ਦਾ ਇਹ ਵਰਤਾਓ ਇੰਜ ਹੀ ਜਾਰੀ ਰਹਿੰਦਾ ਹੈ ਅਤੇ ਨਾਲ ਹੀ ਉਹ ਲਗਾਤਾਰ ਵਾਅਦੇ ਕਰਦਾ ਰਹਿੰਦਾ ਹੈ ਕਿ ਉਹ ਅੱਗੇ ਤੋਂ ਧਿਆਨ ਰੱਖੇਗਾ ਜਾਂ ਸੜਕਾਂ 'ਤੇ ਜਾਣਾ ਹੀ ਬੰਦ ਕਰ ਦੇਵੇਗਾ। ਅਖੀਰ ਵਿੱਚ ਉਸ ਕੋਲ ਕੋਈ ਕੰਮਕਾਜ ਨਹੀਂ ਹੁੰਦਾ ਅਤੇ ਉਸ ਦੀ ਪਤਨੀ ਉਸ ਨੂੰ ਤਲਾਕ ਦੇ ਦਿੰਦੀ ਹੈ ਅਤੇ ਉਹ ਇੱਕ ਮਜ਼ਾਕ ਬਣ ਕੇ ਰਹਿ ਜਾਂਦਾ ਹੈ। ਉਸਨੇ ਪੁੱਠੀਆਂ ਬਾਜ਼ੀਆਂ ਪਾਉਣ ਦਾ ਖਿਆਲ ਮਨ ਵਿੱਚੋਂ ਕੱਢਣ ਦੇ ਹਰ ਸੰਭਵ ਯਤਨ ਕਰ ਵੇਖੇ। ਉਸਨੇ ਆਪਣੇ ਸੁਧਰਨ ਦੀ ਆਸ ਰੱਖਦਿਆਂ ਹੋਇਆਂ ਆਪਣੇ ਆਪ ਨੂੰ ਸਖਤ ਬੰਦਿਸ਼ ਵਿੱਚ ਰੱਖ ਲਿਆ। ਪਰ ਜਿਸ ਦਿਨ ਉਹ ਬਾਹਰ ਆਉਂਦਾ ਹੈ, ਉਹ ਭੱਜ ਕੇ ਗੱਡੀ ਸਾਹਮਣੇ ਆ ਕੇ ਆਪਣੀ ਕਮਰ ਭੰਨ ਬੈਠਦਾ ਹੈ। ਕੀ ਇਹੋ ਜਿਹਾ ਵਿਅਕਤੀ ਮਾਨਸਿਕ ਰੋਗੀ ਨਹੀਂ? ਤੁਸੀਂ ਸ਼ਾਇਦ ਸੋਚੋ ਕਿ ਸਾਡੀ ਇਹ ਉਦਾਹਰਨ ਹਾਸੋਹੀਣੀ ਹੈ। ਕੀ ਇਹ ਵਾਕਿਆ ਇੰਜ ਹੀ ਹੈ? ਸਾਨੂੰ ਜੋ ਇਸ ਚੱਕਰ ਵਿੱਚੋਂ ਲੰਘ ਚੁੱਕੇ ਹਾਂ, ਮੰਨਣਾ ਪਵੇਗਾ ਕਿ ਇਹ ਉਦਾਹਰਨ ਵਾਕਈ ਸੱਚ ਹੈ। ਜੇ ਅਸੀਂ ਸ਼ਰਾਬੀਪਣ ਦੀ ਤੁਲਨਾ ਪੁੱਠੀਆਂ ਬਾਜ਼ੀਆਂ ਪਾਉਣ ਵਾਲੇ ਨਾਲ ਕਰੀਏ ਤਾਂ ਫਿਰ ਇਹ ਉਦਾਹਰਨ ਸਾਡੇ 'ਤੇ ਬਿਲਕੁਲ ਢੁਕੇਗੀ। ਅਸੀਂ ਹੋਰ ਪਹਿਲੂਆਂ ਵਿੱਚ ਭਾਵੇਂ ਕਿੰਨੇ ਹੀ ਅਕਲਮੰਦ ਹੋਈਏ, ਪਰ ਸ਼ਰਾਬ ਦੇ ਮਾਮਲੇ ਵਿੱਚ ਅਸੀਂ ਮੂਰਖ ਹੀ ਹਾਂ। ਇਹ ਕੜਵਾ ਸੱਚ ਹੈ, ਪਰ ਕੀ ਇਹ ਸੱਚ ਨਹੀਂ? ਤੁਹਾਡੇ ਵਿੱਚੋਂ ਕਈ ਸੋਚਦੇ ਹੋਣਗੇ, ਜੋ ਤੁਸੀਂ ਦੇਖਦੇ ਹੋ ਹੈ ਤਾਂ ਸੱਚ, ਪਰ ਪੂਰੀ ਤਰ੍ਹਾਂ ਸਾਡੇ 'ਤੇ ਲਾਗੂ ਨਹੀਂ ਹੁੰਦਾ। ਅਸੀਂ ਮੰਨਦੇ ਹਾਂ ਕਿ ਇਹਨਾਂ ਵਿੱਚੋਂ ਕੁਝ ਲੱਛਣ ਸਾਡੇ ਲੱਛਣਾਂ ਨਾਲ ਰਲਦੇ ਹਨ, ਪਰ ਅਸੀਂ ਉਸ ਹੱਦ ਤੱਕ ਨਹੀਂ ਪੁੱਜੇ ਜਿੱਥੋਂ ਤੱਕ ਤੁਸੀਂ ਪਹੁੰਚ ਚੁੱਕੇ ਸੀ, ਅਤੇ ਨਾ ਹੀ ਸਾਡੀ ਕੋਈ ਅਜਿਹੀ ਸੰਭਾਵਨਾ ਹੈ। ਤੁਹਾਡੇ ਦੱਸਣ ਤੋਂ ਬਾਅਦ ਅਸੀਂ ਇਹ ਗੱਲ ਇੰਨੀ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਅਜਿਹਾ ਸਾਡੇ ਨਾਲ ਮੁੜ ਨਹੀਂ ਵਾਪਰ ਸਕਦਾ।
ਸ਼ਰਾਬ ਪੀਂਦਿਆਂ ਅਸੀਂ ਜ਼ਿੰਦਗੀ ਦਾ ਸਭ ਕੁਝ ਨਹੀਂ ਗਵਾ ਬੈਠੇ ਅਤੇ ਯਕੀਨਨ ਨਾ ਹੀ ਸਾਡਾ ਕੋਈ ਅਜਿਹਾ ਇਰਾਦਾ ਹੈ। ਇਹ ਦੱਸਣ ਲਈ ਤੁਹਾਡਾ ਧੰਨਵਾਦ। ਇਹ ਗੱਲ ਸ਼ਾਇਦ ਕੁਝ ਸ਼ਰਾਬੀ ਨਾ ਬਣੇ ਲੋਕਾਂ 'ਤੇ ਲਾਗੂ ਹੁੰਦੀ ਹੋਵੇ, ਜੋ ਭਾਵੇਂ ਅਜੇ ਮੂਰਖਤਾਈ ਨਾਲ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹੋਣ, ਪਰ ਉਹ ਰੋਕਣ ਜਾਂ ਥੋੜ੍ਹੀ ਪੀਣ ਦੇ ਸਮਰੱਥ ਹੁੰਦੇ ਹਨ, ਕਿਉਂਕਿ ਉਹਨਾਂ ਦੇ ਦਿਮਾਗ ਅਤੇ ਸਰੀਰ ਅਜੇ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਨਹੀਂ ਹੁੰਦੇ ਜਿੰਨੇ ਕਿ ਸਾਡੇ ਹੋ ਚੁੱਕੇ ਸਨ। ਪਰ ਇੱਕ ਬਣ ਚੁੱਕਾ ਜਾਂ ਸੰਭਾਵਿਤ ਸ਼ਰਾਬੀ ਬਗੈਰ ਕਿਸੇ ਛੋਟ ਤੋਂ ਅਜਿਹੇ ਆਤਮ ਗਿਆਨ ਦੇ ਆਧਾਰ 'ਤੇ ਕਦੇ ਵੀ ਆਪਣੇ ਆਪ ਨੂੰ ਪੀਣ ਤੋਂ ਰੋਕਣ ਦੇ ਬਿਲਕੁਲ ਵੀ ਕਾਬਲ ਨਹੀਂ ਹੁੰਦਾ। ਅਸੀਂ ਆਪਣੇ ਸ਼ਰਾਬੀ ਪਾਠਕ ਨੂੰ ਇਹ ਗੱਲ ਬਾਰ-ਬਾਰ ਜ਼ੋਰ ਦੇ ਕੇ ਉਸ ਦੇ ਮਨ ਵਿੱਚ ਬਿਠਾਉਣੀ ਚਾਹੁੰਦੇ ਹਾਂ, ਕਿਉਂਕਿ ਇਹ ਗੱਲ ਸਾਨੂੰ ਆਪਣੇ ਕੌੜੇ ਤਜਰਬੇ ਤੋਂ ਪਤਾ ਲੱਗੀ ਹੈ। ਆਓ ਇੱਕ ਹੋਰ ਉਦਾਹਰਨ ਵੇਖੀਏ। ਫਰੈਡ ਇੱਕ ਮਸ਼ਹੂਰ ਲੇਖੇ ਜੋਖੇ ਦੇ ਕਾਰੋਬਾਰ ਵਿੱਚ ਹਿੱਸੇਦਾਰ ਹੈ। ਉਸ ਦੀ ਆਮਦਨ ਅੱਛੀ ਹੈ ਅਤੇ ਉਸ ਕੋਲ ਇੱਕ ਅੱਛਾ ਘਰ ਹੈ। ਉਸ ਦੀ ਵਿਵਾਹਿਤ ਜ਼ਿੰਦਗੀ ਖੁਸ਼ੀਆਂ ਭਰੀ ਹੈ ਅਤੇ ਉਹ ਕਾਲਜ ਜਾਂਦੇ ਹੋਣਹਾਰ ਬੱਚਿਆਂ ਦਾ ਪਿਓ ਹੈ। ਉਸ ਦੀ ਸ਼ਖਸੀਅਤ ਇੰਨੀ ਖਿੱਚਵੀਂ ਹੈ ਕਿ ਉਹ ਹਰ ਇੱਕ ਨਾਲ ਦੋਸਤੀ ਪਾ ਲੈਂਦਾ ਹੈ। ਉਸ ਸਮੇਂ ਦਾ ਜੇਕਰ ਕੋਈ ਸਫਲ ਵਪਾਰੀ ਹੋਇਆ ਹੈ ਤਾਂ ਉਹ ਫਰੈਡ ਹੈ। ਹਰ ਪੱਖੋਂ ਉਹ ਸ਼ਾਂਤ ਅਤੇ ਸੰਤੁਲਿਤ ਵਿਅਕਤੀ ਹੈ, ਪਰ ਫਿਰ ਵੀ ਉਹ ਇੱਕ ਸ਼ਰਾਬੀ ਹੈ। ਅਸੀਂ 1 ਸਾਲ ਪਹਿਲਾਂ ਫਰੈਡ ਨੂੰ ਹਸਪਤਾਲ ਵਿੱਚ ਮਿਲੇ, ਜਿੱਥੇ ਉਸ ਨੂੰ ਬੁਰੀ ਤਰ੍ਹਾਂ ਕੰਬਦੇ ਹੋਏ ਨੂੰ ਇਲਾਜ ਲਈ ਲਿਜਾਇਆ ਗਿਆ ਸੀ। ਇਸ ਕਿਸਮ ਦਾ ਉਸ ਦਾ ਇਹ ਪਹਿਲਾ ਤਜਰਬਾ ਸੀ ਅਤੇ ਉਹ ਇਸ 'ਤੇ ਬਹੁਤ ਸ਼ਰਮਿੰਦਾ ਸੀ। ਆਪਣੇ ਆਪ ਨੂੰ ਸ਼ਰਾਬੀ ਮੰਨਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਹ ਆਪਣੇ ਆਪ ਨੂੰ ਇੰਜ ਸਮਝਦਾ ਸੀ ਜਿਵੇਂ ਹਸਪਤਾਲ ਵਿੱਚ ਉਹ ਆਪਣੀਆਂ ਨਸਾਂ ਨੂੰ ਸ਼ਾਂਤ ਕਰਨ ਆਇਆ ਹੋਵੇ। ਡਾਕਟਰ ਨੇ ਉਸ ਨੂੰ ਸਪਸ਼ਟ ਦੱਸਿਆ ਕਿ ਉਸ ਦੀ ਹਾਲਤ ਉਸ ਦੇ ਮਹਿਸੂਸ ਕਰਨ ਤੋਂ ਕਿਤੇ ਭੈੜੀ ਸੀ। ਉਹ ਕਈ ਦਿਨ ਆਪਣੀ ਹਾਲਤ ਪ੍ਰਤੀ ਉਦਾਸ ਰਿਹਾ। ਉਸ ਨੇ ਸ਼ਰਾਬ ਬਿਲਕੁਲ ਛੱਡਣ ਦਾ ਆਪਣਾ ਮਨ ਬਣਾ ਲਿਆ। ਉਸ ਨੂੰ ਕਦੇ ਵੀ ਇਹ ਖਿਆਲ ਨਹੀਂ ਆਇਆ ਕਿ ਉਹ ਆਪਣਾ ਅੱਛਾ ਚਰਿੱਤਰ ਅਤੇ ਚੰਗਾ ਪਿਛੋਕੜ ਹੋਣ ਦੇ ਬਾਵਜੂਦ ਸ਼ਾਇਦ ਸ਼ਰਾਬ ਨਹੀਂ ਛੱਡ ਸਕੇਗਾ। ਇਸ ਸਮੱਸਿਆ ਦਾ ਅਧਿਆਤਮਕ ਹੱਲ ਤਾਂ ਇੱਕ ਪਾਸੇ, ਫਰੈਡ ਨੇ ਆਪਣੇ ਆਪ ਨੂੰ ਕਦੇ ਸ਼ਰਾਬੀ ਨਹੀਂ ਮੰਨਿਆ ਸੀ। ਅਸੀਂ ਸ਼ਰਾਬੀਪਣ ਬਾਰੇ ਜੋ ਵੀ ਜਾਣਦੇ ਸੀ ਉਸ ਨੂੰ ਦੱਸਿਆ। ਉਸ ਨੇ ਦਿਲਚਸਪੀ ਵਿਖਾਉਂਦਿਆਂ ਇਹ ਮੰਨਿਆ ਕਿ ਉਸ ਵਿੱਚ ਕੁਝ ਅਜਿਹੇ ਲੱਛਣ ਹਨ, ਪਰ ਉਹ ਇਹ ਮੰਨਣ ਤੋਂ ਬਹੁਤ ਦੂਰ ਸੀ ਕਿ ਉਹ ਇਸ ਸਮੱਸਿਆ ਦਾ ਇਕੱਲਿਆਂ ਕੋਈ ਹੱਲ ਨਹੀਂ ਲੱਭ ਸਕਦਾ। ਉਸ ਨੂੰ ਵਿਸ਼ਵਾਸ ਸੀ ਕਿ ਇਸ ਨਮੋਸੀ ਭਰੇ ਤਜਰਬੇ ਅਤੇ ਪ੍ਰਾਪਤ ਹੋਏ ਗਿਆਨ ਦੇ ਆਸਰੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਸੂਫੀ ਰਹਿ ਸਕੇਗਾ। ਉਸ ਦਾ ਆਤਮ ਗਿਆਨ ਇਸ ਸਮੱਸਿਆ 'ਤੇ ਕਾਬੂ ਪਾ ਲਵੇਗਾ। ਸਾਨੂੰ ਕੁਝ ਸਮਾਂ ਫਰੈਡ ਬਾਰੇ ਕੋਈ ਖਬਰ ਨਹੀਂ ਮਿਲੀ। ਇੱਕ ਦਿਨ ਸਾਨੂੰ ਪਤਾ ਲੱਗਿਆ ਕਿ ਉਹ ਮੁੜ ਹਸਪਤਾਲ ਪਹੁੰਚ ਗਿਆ ਸੀ। ਇਸ ਵਾਰ ਉਹ ਬਹੁਤ ਥੜਕਿਆ ਹੋਇਆ ਸੀ। ਛੇਤੀ ਹੀ ਸਾਨੂੰ ਪਤਾ ਲੱਗਾ ਕਿ ਉਹ ਸਾਨੂੰ ਮਿਲਣ ਲਈ ਉਤਾਵਲਾ ਸੀ। ਜਿਹੜੀ ਕਹਾਣੀ ਸਾਨੂੰ ਉਸਨੇ ਦੱਸੀ, ਉਸ ਤੋਂ ਬਹੁਤ ਸਿੱਖਿਆ ਮਿਲਦੀ ਹੈ, ਕਿਉਂਕਿ ਉਸ ਦੀ ਹੁਣ ਪੂਰੀ ਤਸੱਲੀ ਹੋ ਚੁੱਕੀ ਸੀ ਕਿ ਉਸ ਨੂੰ ਸ਼ਰਾਬ ਛੱਡਣੀ ਹੀ ਪਵੇਗੀ। ਉਸ ਕੋਲ ਹੁਣ ਪੀਣ ਲਈ ਕੋਈ ਬਹਾਨਾ ਨਹੀਂ ਬਚਿਆ ਸੀ, ਜਿਹੜਾ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਅਤੀ ਉੱਤਮ ਵਿਚਾਰਾਂ ਅਤੇ ਨਿਸ਼ਚੇ ਦਾ ਪ੍ਰਦਰਸ਼ਨ ਕਰਦਾ ਰਿਹਾ। ਉਹ ਸ਼ਰਾਬ ਦੇ ਮਸਲੇ ਵਿੱਚ ਚਾਰੇ ਖਾਨੇ ਚਿੱਤ ਹੋ ਗਿਆ। ਉਸ ਨੇ ਆਪਣੀ ਕਹਾਣੀ ਇਸ ਤਰ੍ਹਾਂ ਦੱਸੀ। ਸ਼ਰਾਬੀਪਣ ਬਾਰੇ ਜੋ ਤੁਸੀਂ ਦੱਸਿਆ, ਉਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਮੈਨੂੰ ਸੱਚਮੁੱਚ ਇਹ ਯਕੀਨ ਨਹੀਂ ਸੀ ਕਿ ਮੈਂ ਮੁੜ ਪੀ ਲਵਾਂਗਾ। ਪਹਿਲਾ ਪੈਗ ਚੁੱਕਣ ਤੋਂ ਪਹਿਲਾਂ ਹੋਣ ਵਾਲੀ ਮਾਨਸਿਕ ਪ੍ਰਤੀਕਿਰਿਆ ਬਾਰੇ ਜੋ ਤੁਸੀਂ ਮੈਨੂੰ ਦੱਸਿਆ ਸੀ, ਮੈਂ ਉਸ ਦੀ ਸ਼ਲਾਘਾ ਕੀਤੀ, ਪਰ ਮੈਨੂੰ ਇਹ ਹੌਸਲਾ ਵੀ ਹੋ ਗਿਆ ਕਿ ਇੰਨਾ ਕੁਝ ਜਾਣਨ ਤੋਂ ਬਾਅਦ ਮੈਂ ਦੁਬਾਰਾ ਨਹੀਂ ਪੀਵਾਂਗਾ। ਮੈਂ ਸਮਝਦਾ ਸੀ ਕਿ ਮੈਂ ਅਜੇ ਤੁਹਾਡੇ ਜਿੰਨਾ ਅੱਗੇ ਨਹੀਂ ਵਧਿਆ ਅਤੇ ਮੈਂ ਤਾਂ ਆਪਣੀਆਂ ਦੂਜੀਆਂ ਸਮੱਸਿਆ ਨੂੰ ਹੱਲ ਕਰਨ ਲਈ ਵੀ ਅਕਸਰ ਸਫਲ ਹੁੰਦਾ ਰਿਹਾ ਸੀ। ਇਸ ਲਈ ਜਿੱਥੇ ਤੁਸੀਂ ਲੋਕ ਨਾਕਾਮਯਾਬ ਰਹੇ, ਮੈਂ ਉੱਥੇ ਵੀ ਸਫਲ ਹੋ ਜਾਵਾਂਗਾ।
ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਤਮ ਵਿਸ਼ਵਾਸ ਮਾਨਣ ਦਾ ਪੂਰਾ ਹੱਕ ਹੈ ਅਤੇ ਸਿਰਫ ਇੱਛਾ ਸ਼ਕਤੀ ਦੀ ਹੀ ਵਰਤੋਂ ਕਰਨੀ ਪਵੇਗੀ ਅਤੇ ਸਤਰਕ ਰਹਿਣਾ ਪਵੇਗਾ। ਇਹ ਸੋਚ ਨਾਲ ਮੈਂ ਆਪਣੇ ਕਾਰੋਬਾਰ ਵਿੱਚ ਲੱਗਾ ਰਿਹਾ ਅਤੇ ਕੁਝ ਸਮਾਂ ਸਭ ਠੀਕ ਚੱਲਦਾ ਰਿਹਾ। ਸ਼ਰਾਬ ਪੀਣ ਤੋਂ ਇਨਕਾਰ ਕਰਨ 'ਤੇ ਮੈਨੂੰ ਕੋਈ ਤੰਗੀ ਨਹੀਂ ਸੀ ਅਤੇ ਮੈਂ ਸੋਚਣ ਲੱਗ ਪਿਆ ਕਿ ਮੈਂ ਇਸ ਸਾਦੀ ਗੱਲ ਨੂੰ ਪਚੇਦਾ ਬਣਾਇਆ ਹੋਇਆ ਸੀ। ਇੱਕ ਦਿਨ ਮੈਂ ਕਿਸੇ ਸਰਕਾਰੀ ਦਫ਼ਤਰ ਵਿੱਚ ਹਿਸਾਬ ਕਿਤਾਬ ਦਾ ਸਬੂਤ ਵਿਖਾਉਣ ਲਈ ਵਾਸ਼ਿੰਗਟਨ ਗਿਆ। ਇਸ ਸੋਫੀਅਤ ਤੋਂ ਪਹਿਲਾਂ ਵੀ ਮੈਂ ਸ਼ਹਿਰ ਤੋਂ ਬਾਹਰ ਜਾ ਚੁੱਕਾ ਸੀ, ਇਸ ਲਈ ਇਸ ਵਾਰ ਵੀ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ। ਸਰੀਰਕ ਤੌਰ 'ਤੇ ਮੈਂ ਬਹੁਤ ਅੱਛਾ ਮਹਿਸੂਸ ਕਰ ਰਿਹਾ ਸੀ, ਨਾ ਹੀ ਮੈਨੂੰ ਕੋਈ ਗੰਭੀਰ ਸਮੱਸਿਆ ਜਾਂ ਚਿੰਤਾ ਸੀ। ਮੇਰਾ ਵਪਾਰ ਚੰਗਾ ਚੱਲ ਰਿਹਾ ਸੀ। ਮੈਂ ਖੁਸ਼ ਸੀ ਅਤੇ ਜਾਣਦਾ ਸੀ ਕਿ ਮੇਰੇ ਹਿੱਸੇਦਾਰ ਵੀ ਖੁਸ਼ ਹੋਣਗੇ। ਸਾਰਾ ਦਿਨ ਕੋਈ ਮੁਸ਼ਕਲ ਨਹੀਂ ਆਈ ਅਤੇ ਇਸ ਤਰ੍ਹਾਂ ਇੱਕ ਵਧੀਆ ਦਿਨ ਸਮਾਪਤ ਹੋਇਆ। ਮੈਂ ਆਪਣੇ ਹੋਟਲ ਪਹੁੰਚਿਆ ਅਤੇ ਆਰਾਮ ਨਾਲ ਰਾਤ ਦੇ ਖਾਣੇ ਵਾਸਤੇ ਤਿਆਰ ਹੋਇਆ। ਜਦੋਂ ਹੀ ਮੈਂ ਭੋਜਨ ਕਰਨ ਵਾਲੇ ਕਮਰੇ ਦੇ ਅੰਦਰ ਆਇਆ, ਮੈਨੂੰ ਖਿਆਲ ਆਇਆ ਕਿ ਖਾਣੇ ਨਾਲ 1-2 ਪੈਗ ਲਾਉਣੇ ਚੰਗੇ ਰਹਿਣਗੇ, ਬਸ ਹੋਰ ਕੁਝ ਨਹੀਂ। ਮੈਂ ਪੈਗ ਅਤੇ ਖਾਣਾ ਲਿਆਉਣ ਲਈ ਕਿਹਾ। ਫਿਰ ਮੈਂ ਦੂਜੇ ਪੈਗ ਲਈ ਕਿਹਾ। ਖਾਣ ਤੋਂ ਬਾਅਦ ਮੈਂ ਟਹਿਲਣ ਦਾ ਫੈਸਲਾ ਕੀਤਾ। ਜਦ ਮੈਂ ਵਾਪਸ ਹੋਟਲ ਪਰਤਿਆ ਤਾਂ ਮੈਨੂੰ ਲੱਗਾ ਕਿ ਸੌਣ ਤੋਂ ਪਹਿਲਾਂ ਇੱਕ ਵੱਡਾ ਪੈਗ ਲੈਣਾ ਠੀਕ ਰਹੇਗਾ। ਇਸ ਤਰ੍ਹਾਂ ਮੈਂ ਸ਼ਰਾਬ ਘਰ ਵਿੱਚ ਗਿਆ ਅਤੇ ਇਹੋ ਹੀ ਕੀਤਾ। ਮੈਨੂੰ ਯਾਦ ਹੈ ਕਿ ਉਸ ਰਾਤ ਕਈ ਹੋਰ ਪੈਗ ਪੀਤੇ ਅਤੇ ਅਗਲੀ ਸਵੇਰ ਬਹੁਤ ਜ਼ਿਆਦਾ ਪੀਤੀ। ਮੈਨੂੰ ਧੁੰਦਲਾ ਜਿਹਾ ਖਿਆਲ ਆਇਆ ਕਿ ਮੈਂ ਇੱਕ ਹਵਾਈ ਜਹਾਜ਼ ਵਿੱਚ ਨਿਊਯਾਰਕ ਗਿਆ ਅਤੇ ਉੱਥੇ ਮੈਨੂੰ ਮੇਰੀ ਪਤਨੀ ਦੀ ਬਜਾਏ ਇੱਕ ਜਾਣਕਾਰ ਟੈਕਸੀ ਡਰਾਈਵਰ ਲੈਣ ਆਇਆ ਹੋਇਆ ਸੀ। ਉਹ ਡਰਾਈਵਰ ਮੈਨੂੰ ਕਈ ਦਿਨ ਹਿਫਾਜ਼ਤ ਨਾਲ ਲਈ ਘੁੰਮਦਾ ਰਿਹਾ। ਮੈਨੂੰ ਪਤਾ ਹੀ ਨਹੀਂ ਕਿ ਮੈਂ ਕਿੱਥੇ ਗਿਆ, ਕੀ ਕੁਝ ਕਿਹਾ ਅਤੇ ਕੀ ਕੀਤਾ। ਫਿਰ ਮੈਂ ਨਾ ਸਹਿ ਸਕਣ ਵਾਲੀ ਦਿਮਾਗੀ ਅਤੇ ਸਰੀਰਕ ਪੀੜਾ ਨਾਲ ਹਸਪਤਾਲ ਪੁੱਜਿਆ। ਜਿਉਂ ਹੀ ਮੈਨੂੰ ਸੋਚਣ ਦੀ ਸ਼ਕਤੀ ਮੁੜ ਹਾਸਲ ਹੋਈ, ਮੈਂ ਵਾਸ਼ਿੰਗਟਨ ਦੀ ਉਸ ਸ਼ਾਮ ਬਾਰੇ ਧਿਆਨ ਨਾਲ ਸੋਚਣ ਲੱਗ ਪਿਆ। ਉਦੋਂ ਮੈਂ ਸਿਰਫ ਬੇਧਿਆਨਾ ਹੀ ਨਹੀਂ ਹੋਇਆ ਸੀ, ਸਗੋਂ ਮੈਂ ਪਹਿਲਾ ਪੈਗ ਨਾ ਲੈਣ ਲਈ ਕਿਸੇ ਕਿਸਮ ਦਾ ਕੋਈ ਵੀ ਸੰਘਰਸ਼ ਨਹੀਂ ਸੀ ਕੀਤਾ। ਇਸ ਵਾਰ ਮੈਂ ਇਹ ਬਿਲਕੁਲ ਨਹੀਂ ਸੋਚਿਆ ਸੀ ਕਿ ਇਸ ਦੇ ਨਤੀਜੇ ਕੀ ਹੋਣਗੇ। ਮੈਂ ਇੰਜ ਲਾਪਰਵਾਹੀ ਨਾਲ ਸ਼ਰਾਬ ਪੀਣੀ ਸ਼ੁਰੂ ਕੀਤੀ ਜਿਵੇਂ ਉਹ ਲੱਗੀ ਹੋਵੇ। ਹੁਣ ਮੈਨੂੰ ਆਪਣੇ ਸ਼ਰਾਬੀ ਦੋਸਤਾਂ ਦੀ ਕਹੀ ਹੋਈ ਗੱਲ ਯਾਦ ਆਈ ਕਿ ਕਿਵੇਂ ਉਹਨਾਂ ਨੇ ਇਹ ਪਹਿਲੇ ਹੀ ਦੱਸ ਦਿੱਤਾ ਸੀ ਕਿ ਜੇ ਮੈਂ ਸ਼ਰਾਬੀ ਹਾਂ ਤਾਂ ਇੱਕ ਖਾਸ ਸਮਾਂ ਅਜਿਹਾ ਆਵੇਗਾ, ਮੈਂ ਮੁੜ ਪੀ ਲਵਾਂਗਾ। ਉਹਨਾਂ ਨੇ ਕਿਹਾ ਕਿ ਭਾਵੇਂ ਮੈਂ ਜਿੰਨਾ ਮਰਜ਼ੀ ਬਚਾਓ ਕਰ ਲਵਾਂ, ਪਰ ਇੱਕ ਦਿਨ ਪੀਣ ਦੇ ਇੱਕ ਛੋਟੇ ਜਿਹੇ ਬਹਾਨੇ ਅੱਗੇ ਮੈਂ ਢੇਰੀ ਹੋ ਜਾਵਾਂਗਾ। ਠੀਕ ਐਵੇਂ ਹੀ ਹੋਇਆ ਅਤੇ ਇਸ ਤੋਂ ਵੀ ਜ਼ਿਆਦਾ ਇਹ ਕਿ ਮੈਂ ਜੋ ਕੁਝ ਸ਼ਰਾਬੀਪਣ ਬਾਰੇ ਜਾਣਿਆ ਸੀ ਉਹ ਮੈਨੂੰ ਸੁੱਝਿਆ ਹੀ ਨਹੀਂ। ਉਸ ਘੜੀ ਤੋਂ ਮੈਂ ਇਹ ਜਾਣਿਆ ਕਿ ਮੈਂ ਸ਼ਰਾਬੀ ਪ੍ਰਵਿਰਤੀ ਦਾ ਹਾਂ। ਮੈਂ ਇਹ ਵੇਖਿਆ ਕਿ ਇੱਛਾ ਸ਼ਕਤੀ ਅਤੇ ਆਤਮ ਗਿਆਨ ਦਿਮਾਗ ਦੀ ਉਸ ਅਜੀਬ ਖਾਲੀਪਣ ਦੀ ਸਥਿਤੀ ਵਿੱਚ ਮਦਦ ਨਹੀਂ ਕਰਦੇ। ਮੈਂ ਕਦੇ ਵੀ ਉਹਨਾਂ ਲੋਕਾਂ ਨੂੰ ਸਮਝਣ ਦੇ ਕਾਬਲ ਨਹੀਂ ਸੀ ਜੋ ਇਹ ਕਹਿੰਦੇ ਸਨ ਕਿ ਇਹ ਸਮੱਸਿਆ ਉਹਨਾਂ ਨੂੰ ਬੇਆਸਰਗੀ ਦੀ ਹੱਦ ਤੱਕ ਹਰਾ ਚੁੱਕੀ ਹੈ। ਮੈਂ ਜਾਣ ਗਿਆ ਇਹ ਮਲੀਆ ਮੇਟ ਕਰਨ ਵਾਲੀ ਸੱਟ ਸੀ। ਅਲਕੋਹਲਿਕਸ ਅਨੋਨਿਮਸ ਦੇ 2 ਮੈਂਬਰ ਮੈਨੂੰ ਮਿਲਣ ਆਏ। ਉਹ ਹਲਕਾ ਜਿਹਾ ਮੁਸਕਰਾਏ, ਜੋ ਮੈਨੂੰ ਇੰਨਾ ਚੰਗਾ ਨਹੀਂ ਲੱਗਿਆ, ਅਤੇ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਹੁਣ ਮੈਂ ਆਪਣੇ ਆਪ ਨੂੰ ਸ਼ਰਾਬੀ ਮੰਨਦਾ ਹਾਂ ਅਤੇ ਕੀ ਮੈਂ ਵਾਕਿਆ ਹੀ ਇਸ ਵਾਰ ਚਿੱਤ ਹੋਇਆ ਸੀ। ਮੈਨੂੰ ਦੋਵੇਂ ਗੱਲਾਂ ਮੰਨਣੀਆਂ ਪਈਆਂ। ਉਹਨਾਂ ਮੈਨੂੰ ਕਈ ਸਬੂਤ ਪੇਸ਼ ਕੀਤੇ ਇਹ ਸਾਬਤ ਕਰਨ ਲਈ ਕਿ ਸ਼ਰਾਬੀਪਣ ਦੀ ਪ੍ਰਵਿਰਤੀ ਜੋ ਮੈਂ ਵਾਸ਼ਿੰਗਟਨ ਵਿੱਚ ਵਿਖਾਈ ਇੱਕ ਬੇਆਸ ਹਾਲਤ ਸੀ। ਉਹਨਾਂ ਨੇ ਆਪਣੇ ਤਜਰਬਿਆਂ ਵਿੱਚੋਂ ਦਰਜਨਾਂ ਹੋਰ ਕੇਸਾਂ ਦਾ ਜ਼ਿਕਰ ਕੀਤਾ। ਇਸ ਗੱਲ ਨੇ ਮੇਰੀ ਇਹ ਬਚੀ ਖੁਚੀ ਧਾਰਨਾ ਬਾਹਰ ਕੱਢ ਮਾਰੀ ਕਿ ਮੈਂ ਇਕੱਲਾ ਠੀਕ ਹੋ ਸਕਦਾ ਸੀ। ਫਿਰ ਉਹਨਾਂ ਨੇ ਮੈਨੂੰ ਇਸ ਦਾ ਅਧਿਆਤਮਿਕ ਹੱਲ ਦੱਸਿਆ ਅਤੇ ਉਸ ਨੂੰ ਅਮਲ ਵਿੱਚ ਲਿਆਉਣ ਵਾਲੇ ਪ੍ਰੋਗਰਾਮ ਬਾਰੇ ਦੱਸਿਆ
ਜਿਸ ਨੂੰ ਉਹਨਾਂ ਵਿੱਚੋਂ ਹਜ਼ਾਰਾਂ ਦੀ ਕਾਮਯਾਬੀ ਨਾਲ ਅਪਣਾ ਚੁੱਕੇ ਸਨ। ਭਾਵੇਂ ਮੇਰਾ ਧਰਮ ਵਿੱਚ ਵਿਸ਼ਵਾਸ ਹਲਕਾ ਜਿਹਾ ਹੀ ਸੀ, ਪਰ ਉਹਨਾਂ ਦੇ ਸੁਝਾਅ ਸਮਝਣੇ ਇੰਨੇ ਮੁਸ਼ਕਲ ਨਹੀਂ ਸਨ। ਭਾਵੇਂ ਇਹ ਅਮਲੀ ਜਾਮੇ ਵਾਲਾ ਤਰੀਕਾ ਪੂਰੀ ਤਰ੍ਹਾਂ ਸਮਝ ਆਉਣ ਵਾਲਾ ਸੀ, ਪਰ ਇਹ ਕਾਫੀ ਕਠਿਨ ਸੀ। ਇਸ ਦਾ ਮਤਲਬ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਦੀਆਂ ਅਨੇਕ ਧਾਰਨਾਵਾਂ ਨੂੰ ਛੱਡਣਾ ਪਵੇਗਾ। ਇਹ ਸੌਖਾ ਨਹੀਂ ਸੀ, ਪਰ ਜਿਉਂ ਹੀ ਮੈਂ ਉਹਨਾਂ ਦੇ ਰਾਹ 'ਤੇ ਚੱਲਣ ਦਾ ਮਨ ਬਣਾਇਆ, ਮੈਨੂੰ ਬੜੀ ਉਤਸੁਕਤਾ ਹੋਈ ਕਿ ਮੈਨੂੰ ਸ਼ਰਾਬੀ ਹਾਲਤ ਤੋਂ ਰਾਹਤ ਮਿਲ ਰਹੀ ਸੀ, ਅਤੇ ਅਸਲ ਵਿੱਚ ਫਿਰ ਇਹ ਸਾਬਤ ਹੀ ਹੋ ਗਿਆ। ਓਨੀ ਹੀ ਮਹੱਤਵਪੂਰਨ ਇਹ ਜਾਣਕਾਰੀ ਸੀ ਕਿ ਅਧਿਆਤਮਿਕ ਅਸੂਲ ਮੇਰੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦੇਣਗੇ। ਮੈਨੂੰ ਜੀਵਨ ਦੇ ਇੱਕ ਅਜਿਹੇ ਢੰਗ ਵਿੱਚ ਲਿਆਂਦਾ ਗਿਆ ਜਿੱਥੇ ਜੀਵਨ ਬੇਹੱਦ ਤਸੱਲੀ ਬਖਸ਼ ਹੈ, ਅਤੇ ਮੈਨੂੰ ਆਸ ਹੈ ਕਿ ਇਹ ਮੇਰੇ ਪਹਿਲੇ ਜੀਵਨ ਤੋਂ ਕਿਤੇ ਜ਼ਿਆਦਾ ਉਪਯੋਗੀ ਹੈ। ਮੇਰਾ ਪੁਰਾਣਾ ਜੀਣ ਦਾ ਢੰਗ ਕਿਸੇ ਵੀ ਪੱਖੋਂ ਮਾੜਾ ਨਹੀਂ ਸੀ, ਪਰ ਮੈਂ ਉਸ ਦੀਆਂ ਸਭ ਤੋਂ ਵਧੀਆ ਘੜੀਆਂ ਨੂੰ ਆਪਣੀਆਂ ਹੁਣ ਦੀ ਸਭ ਤੋਂ ਭੈੜੀਆਂ ਘੜੀਆਂ ਨਾਲ ਵੀ ਵਟਾਉਣ ਲਈ ਤਿਆਰ ਨਹੀਂ। ਮੈਂ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਮੁੜ ਕਦੇ ਨਹੀਂ ਜਾਵਾਂਗਾ, ਚਾਹੇ ਮੈਂ ਜਾ ਵੀ ਸਕਦਾ ਹੋਵਾਂ। ਫਰੈਡ ਦੀ ਕਹਾਣੀ ਮੂੰਹੋਂ ਬੋਲਦੀ ਹੈ। ਸਾਨੂੰ ਆਸ ਹੈ ਇਹ ਕਹਾਣੀ ਉਸ ਵਰਗੇ ਹਜ਼ਾਰਾਂ ਲੋਕਾਂ ਨੂੰ ਜਚੇਗੀ। ਉਸਨੇ ਅਜੇ ਇਸ ਬਿਮਾਰੀ ਦਾ ਪਹਿਲਾ ਝਟਕਾ ਹੀ ਮਹਿਸੂਸ ਕੀਤਾ ਸੀ। ਜ਼ਿਆਦਾਤਰ ਸ਼ਰਾਬੀ ਸਮੱਸਿਆ ਦੀ ਜਕੜ 'ਚ ਬੁਰੀ ਤਰ੍ਹਾਂ ਫਸਣ ਤੋਂ ਬਾਅਦ ਹੀ ਇਸ ਦਾ ਹੱਲ ਲੱਭਣ ਦੀ ਸ਼ੁਰੂਆਤ ਕਰਦੇ ਹਨ। ਅਨੇਕਾਂ ਹੀ ਡਾਕਟਰ ਅਤੇ ਮਨੋਵਿਗਿਆਨੀ ਸਾਡੇ ਇਹਨਾਂ ਨਤੀਜਿਆਂ ਨਾਲ ਸਹਿਮਤ ਹਨ। ਥੋੜ੍ਹੀ ਦੇਰ ਪਹਿਲਾਂ ਹੀ ਦੁਨੀਆ ਪੱਧਰ ਦੇ ਇੱਕ ਮਸ਼ਹੂਰ ਹਸਪਤਾਲ ਦੇ ਇੱਕ ਮਾਹਰ ਨੇ ਸਾਨੂੰ ਇਹ ਦੱਸਿਆ, ਮੇਰੇ ਖਿਆਲ ਅਨੁਸਾਰ ਤੁਸੀਂ ਜੋ ਔਸਤਨ ਸ਼ਰਾਬੀ ਦੀ ਆਮ ਬੇਆਸਗੀ ਦੀ ਦਸ਼ਾ ਬਾਰੇ ਦੱਸਦੇ ਹੋ ਉਹ ਸਹੀ ਹੈ। ਤੁਹਾਡੇ ਵਿੱਚੋਂ ਦੋਹਾਂ ਦੀਆਂ ਕਹਾਣੀਆਂ ਸੁਣ ਕੇ ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਕਿਸੇ ਰੱਬੀ ਤਾਕਤ ਦੇ ਇਲਾਵਾ ਤੁਸੀਂ 100% ਨਾ ਠੀਕ ਹੋਣ ਵਾਲੇ ਸੀ। ਜੇ ਤੁਸੀਂ ਹਸਪਤਾਲ ਵਿੱਚ ਦਾਖਲ ਹੋਣ ਲਈ ਮੈਨੂੰ ਕਹਿੰਦੇ ਤਾਂ ਮੈਂ ਤੁਹਾਨੂੰ ਕਦੇ ਦਾਖਲ ਨਾ ਕਰਦਾ, ਜੇ ਮੈਂ ਟਾਲ ਸਕਦਾ ਹੁੰਦਾ। ਤੁਹਾਡੇ ਵਰਗੇ ਬੰਦੇ ਦਿਲ ਤੋੜ ਦਿੰਦੇ ਹਨ। ਭਾਵੇਂ ਕਿ ਮੈਂ ਧਾਰਮਿਕ ਵਿਅਕਤੀ ਨਹੀਂ, ਪਰ ਤੁਹਾਡੀ ਅਧਿਆਤਮਿਕ ਪਹੁੰਚ ਦੀ ਮੈਂ ਬਹੁਤ ਇੱਜ਼ਤ ਕਰਦਾ ਹਾਂ। ਅਸਲ ਵਿੱਚ ਲਗਭਗ ਸਾਰੇ ਕੇਸਾਂ ਦਾ ਕੋਈ ਹੋਰ ਹੱਲ ਹੈ ਵੀ ਨਹੀਂ। ਨਿਚੋੜ ਇਹ ਨਿਕਲਿਆ, ਸ਼ਰਾਬੀ ਕੋਲ ਕਦੇ ਪਹਿਲਾ ਪੈਗ ਲਾਉਣ ਦੇ ਵਿਰੁੱਧ ਕੋਈ ਵੀ ਪ੍ਰਭਾਵਸ਼ਾਲੀ ਮਾਨਸਿਕ ਸੁਰੱਖਿਆ ਨਹੀਂ ਹੁੰਦੀ। ਬਹੁਤ ਹੀ ਬਿਰਲੇ ਕੇਸਾਂ ਨੂੰ ਛੱਡ ਕੇ ਨਾ ਉਹ ਆਪ ਅਤੇ ਨਾ ਹੀ ਕੋਈ ਹੋਰ ਇਨਸਾਨ ਅਜਿਹੀ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। ਉਸ ਦੀ ਸੁਰੱਖਿਆ ਆਪਣੇ ਤੋਂ ਇੱਕ ਵੱਡੀ ਸ਼ਕਤੀ ਹੀ ਪ੍ਰਦਾਨ ਕਰੇਗੀ।